ਸਵਾਈ ਹੋਈ ਵੇ ਆਫ ਫੇਥ ਚਰਚ ਰੇਟਗੜ੍ਹ ਬ੍ਰਾਂਚ ਦਾ ਓਪਨ ਚਰਚ ਖੁੱਜੇਵਾਲਾ ਦੀ ਸਾਰੀ ਸੰਗਤ ਨੂੰ ਪਾਸਟਰ ਗੁਰਚਰਨ ਸਿੰਘ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਪ੍ਰਵਾਨ ਹੋਵੇ। ਤੁਹਾਨੂੰ ਸਭ ਨੂੰ ਜੈ ਮਸੀਹ। ਅੱਜ ਅਸੀਂ ਬਹੁਤ ਜ਼ਰੂਰੀ ਟੌਪਿਕ ਤੇ ਗੱਲ ਜਿਹੜੀ ਹੈਗੀ ਆ ਕਰਨ ਜਾ ਰਹੇ ਹਾਂ। ਅੱਜ ਜਿਵੇਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਬਹੁਤ ਮਾਹੌਲ ਖਰਾਬ ਹੋ ਰਹੇ ਨੇ ਕਿ ਕੋਈ ਕਹਿੰਦਾ ਜੀ ਯਿਸੂ ਮਸੀਹ ਪੁਰਸ਼ ਔਰ ਆਤਮਾ ਦੇ ਰਿਲੇਸ਼ਨ ਤੋਂ ਬਿਨਾਂ ਕਿਵੇਂ ਪੈਦਾ ਹੋ ਸਕਦੇ ਨੇ। ਹਰੇਕ ਇਨਸਾਨ ਦੇ ਅਲੱਗ-ਅਲੱਗ ਵਿਊ ਨੇ। ਜਿਹੜਾ ਇਨਸਾਨ ਆਪਣੀ ਨਿਗਾਹ ਦੇ ਵਿੱਚ ਜ਼ਿਆਦਾ ਚਲਾਕ ਆ ਤਾਂ ਉਹ ਸੋਚਦਾ ਕਿ ਸਾਇੰਟਿਸਟ ਜ਼ਿਆਦਾ ਵੱਡੇ ਨੇ। ਜਿਹੜੇ ਲੋਕ ਪਰਮੇਸ਼ਰ ਤੇ ਯਕੀਨ ਕਰਦੇ ਨੇ ਉਹ ਕਹਿੰਦੇ ਨੇ ਸਾਇੰਟਿਸਟ ਬਣਾਏ ਹੀ ਪਰਮੇਸ਼ਰ ਨੇ। ਕੁਝ ਲੋਕ ਪਰਮੇਸ਼ਰ ਤੇ ਭਰੋਸਾ ਨਹੀਂ ਕਰਦੇ ਕਿ ਯਿਸੂ ਮਸੀਹ ਕਿੱਦਾਂ ਇਸਤਰੀ ਤੋਂ ਬਿਨਾਂ ਪੁਰਸ਼ ਤੋਂ ਪੈਦਾ ਹੋ ਸਕਦੇ ਨੇ। ਲੇਕਿਨ ਅੱਜ ਅਸੀਂ ਪ੍ਰੂਫ ਦੇ ਅਕੋਰਡਿੰਗ ਗੱਲ ਕਰਦੇ ਹਾਂ। ਪਵਿੱਤਰ ਸ਼ਾਸਤਰ ਦੇ ਵਿੱਚੋਂ ਦੇਖਦੇ ਹਾਂ ਕਿ ਯਿਸੂ ਮਸੀਹ ਦਾ ਜਨਮ ਕਿੱਦਾਂ ਹੋਇਆ। ਮੈਂ ਕੱਲ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਦੇਖ ਰਿਹਾ ਸੀ। ਬਹੁਤ ਮੇਰੇ ਭੈਣ ਭਰਾ ਨੇ ਜਿਹੜੇ ਪਾਸਟਰਾਂ ਦੇ ਨਾਲ ਜਿੱਦ ਬਹਿਸ ਕਰ ਰਹੇ ਨੇ ਕਿ ਯਿਸੂ ਮਸੀਹ ਦਾ ਜਨਮ ਕਿਵੇਂ ਹੋਇਆ, ਫਿਰ ਤੁਸੀਂ ਚਮਤਕਾਰ ਕਿਵੇਂ ਕਰਦੇ ਹੋ। ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਅੱਜ ਪਵਿੱਤਰ ਸ਼ਾਸਤਰ ਦੇ ਵਿੱਚ ਦੇਖਾਂਗੇ ਕਿ ਬਾਈਬਲ ਦੇ ਵਿੱਚ ਕੀ ਹੁਕਮ ਦਿੱਤਾ ਗਿਆ ਸਾਨੂੰ, ਕਿੱਦਾਂ ਯਿਸੂ ਦਾ ਜਨਮ ਹੋਇਆ ਤੇ ਸਾਨੂੰ ਕੀ ਹੁਕਮ ਦਿੱਤਾ ਗਿਆ ਤੇ ਕੀ ਕਰਨਾ ਚਾਹੀਦਾ ਸਾਨੂੰ। ਹਾਲੇਲੂਇਆ। ਆਓ ਬੇਟਾ ਬਚਨ ਪੜ੍ਹ ਦਿਓ। ਮਤੀ ਦੀ ਅੰਜੀਲ ਉਹਦੀ 1 ਅਧਿਆਇ ਉਹਦੀ 18 ਐਤ ਤੋਂ ਪੜ੍ਹਨਾ ਸ਼ੁਰੂ ਕਰ ਦਿਓ। ਹਾਲੇਲੂਇਆ। ਹਾਲੇਲੂਇਆ। ਯਿਸੂ ਮਸੀਹ ਦਾ ਜਨਮ ਐਵੇਂ ਹੋਇਆ। ਯਿਸੂ ਮਸੀਹ ਦਾ ਜਨਮ ਐਵੇਂ ਹੋਇਆ ਕਿ ਜਾ ਉਹ ਦੀ ਮਾਤਾ ਮਰੀਅਮ ਦੀ ਯੂਸੁਫ ਨਾਲ ਕੁੜਮਾਈ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਹਾਂ ਹਾਲੇਲੂਇਆ। ਕੀ ਤੋਂ ਗਰਭਵਤੀ ਪਾਈ ਗਈ? ਮਾਤਾ ਮਰੀਅਮ ਸੀ, ਉਹਦੀ ਕੁੜਮਾਈ ਯੂਸੁਫ ਨਾਮ ਦੇ ਇੱਕ ਵਿਅਕਤੀ ਨਾਲ ਹੋਈ ਸੀ। ਔਰ ਜਦੋਂ ਹੀ ਉਹਨਾਂ ਦੀ ਕੁੜਮਾਈ ਹੋਈ ਉਦੋਂ ਪਹਿਲਾਂ ਪਰਮੇਸ਼ਰ ਦੇ ਇੱਕ ਸਵਰਗੀ ਦੂਤ ਨੇ, ਜਿਬਰਾਇਲ ਸਵਰਗੀ ਦੂਤ ਨੇ ਮਾਤਾ ਮਰੀਅਮ ਦੇ ਕੋਲ ਆ ਕੇ ਆਖਿਆ, ਕਹਿੰਦਾ ਦੇਖ ਮਾਤਾ ਮਰੀਅਮ ਤੂੰ ਗਰਭਵਤੀ ਹੋਏਗੀ। ਕੀ ਹੋਏਗੀ? ਤੂੰ ਗਰਭਵਤੀ ਹੋਏਗੀ ਔਰ ਪੁੱਤਰ ਜਣੇਗੀ, ਉਹਦਾ ਨਾਮ ਯਿਸੂ ਰੱਖਣਾ। ਉਹ ਹੱਸਣ ਲੱਗ ਜਾਂਦੀ ਹੈ। ਅੱਜ ਜਿੱਦਾਂ ਲੋਕ ਹੱਸਦੇ ਨੇ ਨਾ ਕਿ ਪੁਰਸ਼ ਤੋਂ ਬਿਨਾਂ ਕਿੱਦਾਂ ਬੱਚਾ ਪੈਦਾ ਹੋ ਸਕਦਾ, ਤਾਂ ਉਹ ਮਰੀਅਮ ਵੀ ਹੱਸੀ ਸੀ। ਉਹ ਕਿਉਂ ਹੱਸੀ? ਉਹ ਸਵਰਗੀ ਦੂਤ ਨੂੰ ਕਹਿ ਰਿਹਾ ਕਿ ਬਿਨਾਂ ਪੁਰਸ਼ ਤੋਂ ਕਿੱਦਾਂ ਹੋ ਸਕਦਾ। ਹਾਲੇਲੂਇਆ। ਅੱਜ ਇਹੀ ਕੁਐਸਚਨ ਨੇ ਜਿਹੜੇ ਅਦਰ ਰਿਲੀਜਨ ਵਾਲੇ ਸਾਨੂੰ ਪੁੱਛਦੇ ਨੇ ਕਿ ਯਿਸੂ ਦਾ ਜਨਮ ਬਿਨਾਂ ਪੁਰਸ਼ ਤੋਂ ਕਿੱਦਾਂ ਹੋ ਸਕਦਾ ਹੈ। ਇਹ ਸੰਭਵ ਨਹੀਂ ਹੈ। ਪਰ ਮੇਰੇ ਸੈਨਾ ਦੇ ਯਹੋਵਾ ਨੇ, ਜਿਹਨੇ ਧਰਤੀ ਬਣਾ ਸਕਦਾ, ਜਿਹੜਾ ਆਕਾਸ਼ ਬਣਾ ਸਕਦਾ, ਜਿਹੜਾ ਪ੍ਰਿਥਵੀ ਦੇ ਉੱਤੇ ਚੰਨ ਤੇ ਸੂਰਜ ਖੜੇ ਕਰ ਸਕਦਾ, ਜਿਹੜਾ ਤਾਰੇ ਬਣਾ ਸਕਦਾ, ਜਿਹੜਾ ਪ੍ਰਿਥਵੀ ਦੇ ਪਸ਼ੂ ਪੰਛੀਆਂ ਨੂੰ ਬਣਾ ਸਕਦਾ, ਉਹ ਬਿਨਾਂ ਪੁਰਸ਼ ਤੋਂ ਬੱਚਾ ਵੀ ਪੈਦਾ ਕਰ ਸਕਦਾ। ਹਾਲੇਲੂਇਆ। ਕੀ ਕਰ ਸਕਦਾ? ਜਿਆਦਾ ਤਾੜੀ ਲਗਾਇਆ ਕਰੋ ਜਾਂ ਫਿਰ ਲਗਾਇਆ ਨਾ ਕਰੋ। ਕਿ ਸਾਡਾ ਪਰਮੇਸ਼ਵਰ ਉਹ ਇਸਤਰੀ, ਉਹ ਮਾਤਾ ਮਰੀਅਮ ਵੀ ਹੈਰਾਨ ਹੋ ਜਾਂਦੀ ਹੈ ਕਿ ਬਿਨਾਂ ਪੁਰਸ਼ ਤੋਂ ਕਿੱਦਾਂ ਹੋਏਗਾ। ਹੁਣ ਉਹ ਸਵਰਗੀ ਦੂਤ ਕਹਿ ਕੇ ਗਿਆ ਕਿ ਪੁਰਸ਼ ਦੇ ਦੁਆਰਾ ਨਹੀਂ, ਇਹ ਪਵਿੱਤਰ ਆਤਮਾ ਦੇ ਦੁਆਰਾ ਪੈਦਾ ਹੋਏਗਾ। ਕਿੱਦਾਂ ਹੋਏਗਾ? ਪਵਿੱਤਰ ਆਤਮਾ ਦੇ ਦੁਆਰਾ ਪੈਦਾ ਹੋਏਗਾ। ਅੱਗੇ ਪੜ੍ਹ ਦਿਓ ਬੇਟਾ ਬਚਨ। ਤਦ ਉਹਦੇ ਪਤੀ ਯੂਸੁਫ ਨੇ, ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਈ ਉਹ ਨੂੰ ਕਲਕਣ ਪ੍ਰਗਟ ਕਰੇ। ਹਾਂ, ਜਿਹੜਾ ਉਹਦਾ ਪਤੀ ਸੀ ਯੂਸੁਫ, ਉਹ ਇਹ ਨਹੀਂ ਸੀ ਚਾਹੁੰਦਾ ਕਿ ਮੈਂ ਆਪਣੀ ਪਤਨੀ ਨੂੰ ਹੁਣ ਲੈ ਕੇ ਆਵਾਂ। ਉਹਦੇ ਦਿਲ ਦੇ ਵਿੱਚ ਵੀ ਚੋਰ ਸੀ ਕਿ ਇਹਦੇ ਹੋਰ ਕਿਸੇ ਨਾਲ ਰਿਲੇਸ਼ਨ ਬਣਾਏ ਹੋਣਗੇ ਤਾਂ ਇਹ ਮੇਰੀ ਕੁੜਮਾਈ ਤੋਂ ਬਾਅਦ ਜਿਹੜੀ ਹੈਗੀ ਪ੍ਰੈਗਨੈਂਟ ਹੋ ਚੁੱਕੀ ਆ, ਕਿ ਜੇ ਮੈਂ ਉਹਨੂੰ ਆਪਣੇ ਘਰ ਲਿਆਂਦਾ ਤਾਂ ਫਿਰ ਮੇਰਾ ਕਲੰਕ ਲੱਗਣ ਵਾਲੀ ਗੱਲ ਹੈ। ਉਹਦਾ ਪਤੀ ਵੀ ਇਹ ਗੱਲ ਦੇਖਦਾ ਸੀ। ਜਿਹੜੇ ਅੱਜ ਦੇ ਦੁਨੀਆ ਦੇ ਲੋਕ ਸੋਚਦੇ ਨੇ ਉਹ ਕੰਮ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਬਾਈਬਲ ਦੇ ਵਿੱਚ ਹੋ ਚੁੱਕਿਆ, ਜਿਹੜਾ ਅੱਜ ਕੁਐਸਚਨ ਪੁੱਟ ਕੀਤੇ ਜਾ ਰਹੇ ਨੇ ਮਸੀਹ ਲੋਕਾਂ ਨੂੰ। ਤੇ ਉਹ ਯੂਸੁਫ ਵੀ ਸੋਚ ਰਿਹਾ ਸੀ ਕਿ ਮੈਂ ਗਰਭਵਤੀ ਔਰਤ ਨਾਲ ਕਿੱਦਾਂ ਵਿਆਹ ਕਰਾ ਸਕਦਾ, ਕਿੱਦਾਂ ਉਹਨੂੰ ਆਪਣੇ ਘਰ ਲੈ ਕੇ ਆ ਸਕਦਾ। ਮੈਂ ਨਹੀਂ ਲੈ ਕੇ ਆਵਾਂਗਾ, ਜੇ ਲਿਆਂਦਾ ਤਾਂ ਮੇਰੇ ਤੇ ਕਲੰਕ ਲੱਗ ਜਾਣਾ। ਅੱਗੇ ਪੜ੍ਹਦੇ ਬੇਟਾ। ਇਹ ਦਲੀਲ ਕੀਤੀ ਹਾਂ ਜੋ ਉਹਨੂੰ ਚੁੱਪ ਕੀਤਿਆਂ ਤਿਆਗ ਦੇਵੇ। ਹਾਂ, ਯੂਸੁਫ
ਇਹ ਆਪਣੇ ਮਨ ਦੇ ਵਿੱਚ ਸੋਚ ਵਿਚਾਰ ਕਰ ਰਿਹਾ ਕਿ ਮਾਤਾ ਮਰੀਮ ਨੂੰ ਹੁਣ ਮੈਂ ਚੁੱਪ ਕੀਤੇ ਹੀ ਛੱਡ ਦੇਵਾਂ, ਉਹਨੂੰ ਤਿਆਗ ਦੇਵਾਂ। ਕਿਉਂ? ਕਿਉਂਕਿ ਉਹ ਪਹਿਲਾਂ ਹੀ ਗਰਭਵਤੀ ਪਾਈ ਗਈ ਹੈ, ਰਿਸ਼ਤਾ ਹੋਣ ਤੋਂ ਪਹਿਲਾਂ ਹੀ ਉਹ ਗਰਭਵਤੀ ਹੈ। ਇਸ ਕਰਕੇ ਉਹਨੇ ਨਜਾਇਜ਼ ਸੰਬੰਧ ਬਣਾਏ ਹੋਣੇ ਕਿਸੇ ਪੁਰਸ਼ ਦੇ ਨਾਲ। ਇਸ ਕਰਕੇ ਮੈਂ ਆਪਣੇ ਘਰ ਦੇ ਵਿੱਚ ਕਲੰਕ ਨਹੀਂ ਲੈ ਕੇ ਆ ਸਕਦਾ, ਉਹਨੂੰ ਮੈਂ ਤਿਆਗ ਦਿੰਦਾ। ਉਹ ਆਪਣੇ ਸੋਚ ਦੇ ਅਕੋਰਡਿੰਗ ਸੋਚ ਰਿਹਾ। ਜਿੱਦਾਂ ਅੱਜ ਲੋਕ ਸੋਚਦੇ ਨੇ ਕਿ ਪੁਰਸ਼ ਕਿਵੇਂ ਪੈਦਾ ਹੋ ਸਕਦਾ ਬਿਨਾਂ ਪੁਰਸ਼ ਤੋਂ, ਇੱਕ ਬੱਚਾ ਕਿਵੇਂ ਪੈਦਾ ਹੋ ਸਕਦਾ। ਲੇਕਿਨ ਮੈਂ ਉਹਦਾ ਸਵਾਲ ਜਵਾਬ ਪਵਿੱਤਰ ਸ਼ਾਸਤਰ ਦੇ ਵਿੱਚੋਂ ਦੇਣ ਦੀ ਕੋਸ਼ਿਸ਼ ਕਰਦਾ। ਹਾਂਜੀ ਬੇਟਾ, ਅੱਗੇ ਪੜ੍ਹ ਦਿਓ। ਪਰ ਜਾਂ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ, ਹਾਂ, ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ, ਹਾਂ, ਹੇ ਯਿਸੂ ਦਾਊਦ ਦੇ ਪੁੱਤਰ, ਤੂੰ ਆਪਣੀ ਪਤਨੀ ਮਰੀਅਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ, ਹਾਂ, ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ। ਹਾਲੇਲੂਇਆ, ਹਾਲੇਲੂਇਆ। ਮੇਰੇ ਪਿਆਰਿਓ, ਅੱਜ ਉਹੀ ਕੁਐਸਚਨ ਦਾ ਆਨਸਰ ਮੈਂ ਦੇਣ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਅੱਜ ਸਾਨੂੰ ਸਾਰੇ ਸਵਾਲ ਜਵਾਬ ਪੁੱਛੇ ਜਾਂਦੇ ਨੇ ਕਿ ਯਿਸੂ ਦਾ ਜਨਮ ਕਿਵੇਂ ਹੋਇਆ, ਬਿਨਾਂ ਪੁਰਸ਼ ਤੋਂ ਕਿਵੇਂ ਹੋਇਆ। ਇਸੇ ਗੱਲ ਦੀ ਚਿੰਤਾ ਯੂਸੁਫ ਵੀ ਕਰ ਰਿਹਾ ਸੀ, ਜਿਹੜਾ ਮਰੀਅਮ ਦੇ ਘਰ ਵਾਲਾ ਸੀ, ਹੋਣ ਵਾਲਾ ਘਰ ਵਾਲਾ ਸੀ, ਜਿਹਦੇ ਨਾਲ ਮਰੀਅਮ ਮੰਗੀ ਹੋਈ ਸੀ। ਉਹਨੂੰ ਵੀ ਚਿੰਤਾ ਸੀ ਕਿ ਮੈਂ ਹੁਣ ਉਹਨੂੰ ਕਿਵੇਂ ਲੈ ਕੇ ਆਵਾਂ। ਚਿੰਤਾ ਦੇ ਵਿੱਚ ਪਿਆ ਹੋਇਆ ਕਿ ਮੈਂ ਉਹਨੂੰ ਛੱਡ ਦੇਵਾਂ, ਉਹਨੂੰ ਤਲਾਕ ਦੇ ਦੇਵਾਂ। ਲੇਕਿਨ ਰਾਤ ਨੂੰ ਹੀ ਸਵਰਗੀ ਦੂਤ ਉਸ ਯੂਸੁਫ ਦੇ ਸੁਪਨੇ ਦੇ ਵਿੱਚ ਆ ਕੇ ਕੀ ਕਹਿੰਦਾ, ਯੂਸੁਫ, ਜਿਹੜੀ ਤੇਰੀ ਪਤਨੀ ਆ ਮਾਤਾ ਮਰੀਅਮ, ਉਹ ਕਿਸੇ ਪੁਰਸ਼ ਦੇ ਦੁਆਰਾ ਗਰਭਵਤੀ ਨਹੀਂ ਹੋਈ, ਉਹ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਹੋਈ ਆ ਔਰ ਉਹ ਪੁੱਤਰ ਜਣੇਗੀ। ਹਾਲੇਲੂਇਆ। ਉਹਦਾ ਨਾਮ ਯਿਸੂ ਰੱਖਣਾ। ਮੇਰੇ ਪਿਆਰਿਓ, ਅੱਜ ਉਹ ਜਿਹੜੇ ਯਿਸੂ ਦਾ ਜਨਮ ਹੋਇਆ, ਯਿਸੂ ਦਾ ਜਨਮ ਕਿਸੇ ਪੁਰਸ਼ ਦੇ ਦੁਆਰਾ ਨਹੀਂ ਹੋਇਆ। ਜੇ ਉਹ ਜਨਮ ਹੋਇਆ ਤਾਂ ਸਵੈਂ ਪਰਮੇਸ਼ਵਰ ਦੇ ਦੁਆਰਾ ਹੋਇਆ, ਪਵਿੱਤਰ ਆਤਮਾ ਦੇ ਦੁਆਰਾ ਪੈਦਾ ਹੋਇਆ। ਜਿਹੜਾ ਪਰਮੇਸ਼ਵਰ ਇਸ ਧਰਤੀ ਦੇ ਇਨਸਾਨ ਨੂੰ ਮਿੱਟੀ ਤੋਂ ਬਣਾ ਸਕਦਾ, ਉਹਦੇ ਵਿੱਚ ਆਪਣੇ ਸਾਹ ਪਾ ਸਕਦਾ, ਉਹ ਪਰਮੇਸ਼ਵਰ ਬਿਨਾਂ ਪੁਰਸ਼ ਤੋਂ ਬੱਚਾ ਪੈਦਾ ਨਹੀਂ ਕਰ ਸਕਦਾ। ਕਰ ਸਕਦਾ, ਲੇਕਿਨ ਸਾਨੂੰ ਜੇ ਤਾਂ ਅਸੀਂ ਪਰਮੇਸ਼ਵਰ ਤੇ ਭਰੋਸਾ ਕਰਦੇ ਹਾਂ, ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਾਂ, ਹੋਣ ਵਾਲੇ ਦੇ ਲਈ ਸਭ ਤੋਂ ਕੁਝ ਹੋ ਸਕਦਾ ਹੈ। ਜਿਹੜੇ ਪਰਮੇਸ਼ਵਰ ਤੇ ਭਰੋਸਾ ਨਹੀਂ ਕਰਦੇ, ਜਿਹੜੇ ਨਾਸਤਿਕ ਨੇ, ਉਹ ਕੁਝ ਵੀ ਸੋਚੀ ਚੱਲੋ, ਉਹਨਾਂ ਲਈ ਸਾਰਾ ਕੁਝ ਬਰਾਬਰ ਹੈ। ਕੌਣ ਕੀ ਸੋਚਦਾ, ਸਾਰਿਆਂ ਦੀ ਸੋਚ ਇੱਕ ਬਰਾਬਰ ਨਹੀਂ ਹੁੰਦੀ। ਅੱਜ ਡਿਬੇਟ ਚੱਲ ਰਹੀ ਹੈ ਫੇਸਬੁੱਕ ਤੇ, ਕੋਈ ਕਹਿੰਦਾ ਜੀ ਪਾਸਟਰ ਨੂੰ ਫੋਨ ਲਗਾ ਕੇ ਕੀਤਾ ਜਾਂਦਾ, ਧਮਕਾਇਆ ਜਾ ਰਿਹਾ, ਯਿਸੂ ਦਾ ਜਨਮ ਕਿਵੇਂ ਹੋਇਆ, ਉਹ ਤਾਂ ਪਤੀ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ, ਤੁਹਾਡੀ ਬਾਈਬਲ ਝੂਠੀ ਹੈ। ਸਭ ਤੋਂ ਪਹਿਲਾ ਗ੍ਰੰਥ ਜਿਹੜਾ ਪਵਿੱਤਰ ਬਾਈਬਲ ਬਣਿਆ, ਸਭ ਤੋਂ ਪਹਿਲਾ ਗ੍ਰੰਥ ਪਵਿੱਤਰ ਬਾਈਬਲ ਬਣਿਆ, ਜਿਹੜਾ ਹਜ਼ਾਰਾਂ ਸਾਲ ਪੁਰਾਣਾ, ਉਹ ਅੱਜ ਦਾ ਲਿਖਿਆ ਹੋਇਆ ਨਹੀਂ ਆ। ਉਹ ਤੁਸੀਂ ਤੇ ਮੈਂ ਨਹੀਂ ਲਿਖਿਆ, ਉਹਦੇ ਵਿੱਚ ਯਿਸੂ ਦੀਆਂ ਗੱਲਾਂ ਲਿਖੀਆਂ ਨੇ। ਕਿਹਨਾਂ ਨੇ? ਜਿਹੜੇ ਯਿਸੂ ਦੇ ਨਾਲ ਰਹਿੰਦੇ ਸੀ, ਉਹਨਾਂ ਨੇ। ਇਹ ਧਰਮ ਦੀ ਲੜਾਈ ਅੱਜ ਸਾਡੇ ਪੰਜਾਬ ਦੇ ਵਿੱਚ ਹੀ ਲੜੀ ਜਾ ਰਹੀ ਹੈ, ਬਾਕੀ ਕੰਟਰੀਆਂ ਦੇ ਵਿੱਚ ਕਿਉਂ ਨਹੀਂ ਹੈ? ਸਾਡੇ ਨਾਲੋਂ ਤਾਂ ਉਹੀ ਲੋਕ ਚੰਗੇ ਨੇ ਜਿਨ੍ਹਾਂ ਨੇ ਰੱਬ ਦੀ ਖੋਜ ਤਾਂ ਕਰ ਲਈ ਵੀ ਸਹੀ ਰੱਬ ਕੌਣ ਹੈ। ਸਾਨੂੰ ਤਾਂ ਹਜੇ ਤੱਕ ਖੋਜ ਹੀ ਨਹੀਂ ਕਰਨੀ ਆਈ ਵੀ ਅਸਲੀ ਰੱਬ ਕੌਣ ਹੈ। ਮੇਰੇ ਪਿਆਰਿਓ, ਜਿਹੜੇ ਕਹਿੰਦੇ ਨੇ ਨਾ ਯਿਸੂ ਮਸੀਹ ਦਾ ਜਨਮ ਪੁਰਖ ਦੇ ਦੁਆਰਾ ਨਹੀਂ ਹੋਇਆ, ਗ੍ਰੰਥ ਦੇ ਵਿੱਚ ਲਿਖਿਆ ਹੋਇਆ, ਪਵਿੱਤਰ ਸ਼ਾਸਤਰ ਗ੍ਰੰਥ ਦੇ ਵਿੱਚ, ਕਿ ਯਿਸੂ ਦਾ ਜਨਮ ਪਵਿੱਤਰ ਆਤਮਾ ਦੇ ਦੁਆਰਾ ਪ੍ਰਗਟ ਹੋਇਆ, ਤਾਂ ਉਹਦਾ ਜਨਮ ਹੋਇਆ ਪਵਿੱਤਰ ਆਤਮਾ ਦੇ ਦੁਆਰਾ। ਅੱਜ ਜਿਹੜੇ ਕੁਐਸਚਨ ਲੋਕ ਕਰਦੇ ਨੇ ਅਦਰ ਰਿਲੀਜਨ ਵਾਲੇ ਕਿ ਉਹ ਕਿਵੇਂ ਜਨਮ ਹੋ ਸਕਦਾ, ਕਿਵੇਂ ਹੋ ਸਕਦਾ, ਮੈਂ ਦੱਸ ਰਿਹਾ ਇਹੀ ਕੁਐਸਚਨ ਯੂਸੁਫ ਨੇ ਵੀ ਕੀਤਾ ਸੀ ਵੀ ਮੇਰੀ ਪਤਨੀ ਪ੍ਰੈਗਨੈਂਟ ਕਿੱਦਾਂ ਹੋ ਸਕਦੀ ਹੈ, ਕੁੜਮਾਈ ਤੋਂ ਬਾਅਦ ਤੇ ਮੰਗਣੇ ਤੋਂ ਬਾਅਦ ਕਿਵੇਂ ਉਹ ਪ੍ਰੈਗਨੈਂਟ ਹੋ ਸਕਦੀ ਹੈ। ਲੇਕਿਨ ਉਹੀ ਗੱਲ ਯਿਸੂ ਮਸੀਹ ਜਦੋਂ ਪੈਦਾ ਹੋਈ ਸੀ, ਉਹ ਫਿਰ ਆ ਕੇ ਸਵਰਗੀ ਦੂਤ ਨੇ ਇਹ ਗੱਲ ਪ੍ਰਗਟ ਕੀਤੀ ਕਿ ਨਹੀਂ, ਉਹ ਪਵਿੱਤਰ ਹੈ, ਉਹਨੂੰ ਆਪਣੇ ਘਰ ਲੈ ਕੇ ਆ। ਉਹ ਜਿਹੜਾ ਬੱਚਾ ਉਹਦੀ ਕੁੱਖ ਦੇ ਵਿੱਚ ਆਇਆ, ਉਹ ਪੁਰਸ਼ ਦੇ ਦੁਆਰਾ ਨਹੀਂ, ਉਹ ਪਵਿੱਤਰ ਆਤਮਾ ਦੇ ਦੁਆਰਾ ਆਇਆ, ਕਿਉਂਕਿ ਉਹ ਪਵਿੱਤਰ ਹੋਏਗਾ, ਜਿਹਦੇ ਵਿੱਚ ਨਾ ਕਾਮ ਸੀ, ਨਾ ਕ੍ਰੋਧ ਸੀ, ਨਾ ਲੋਭ ਸੀ, ਨਾ ਮੋਹ ਸੀ, ਨਾ ਹੰਕਾਰ ਸੀ। ਉਹ ਪੰਜੇ ਤੱਤਾਂ ਤੋਂ ਰਹਿਤ ਹੈ, ਉਹ ਤਾਂ ਪਵਿੱਤਰ ਆਤਮਾ ਦੇ ਦੁਆਰਾ ਪੈਦਾ ਹੋਇਆ। ਅਜੇ ਜਿਹੜੇ ਸਰੀਰ ਦੇ ਵਿੱਚ, ਸਰੀਰ ਤੋਂ ਜਨਮ ਲੈਂਦੇ ਨੇ ਪੁਰਸ਼ ਦੇ ਦੁਆਰਾ, ਉਹਦੇ ਵਿੱਚ ਕਾਮ ਹੋਏਗਾ, ਕ੍ਰੋਧ ਹੋਏਗਾ, ਲੋਭ ਹੋਏਗਾ, ਮੋਹ ਹੋਏਗਾ, ਹੰਕਾਰ ਹੋਏਗਾ। ਲੇਕਿਨ ਯਿਸੂ ਮਸੀਹ ਨੇ ਪਵਿੱਤਰ ਆਤਮਾ ਤੋਂ ਜਨਮ ਲਿਆ, ਉਹਦੇ ਵਿੱਚ ਪੰਜੇ ਤੱਤ ਨਹੀਂ ਸੀ, ਨਾ ਕਾਮ ਸੀ, ਨਾ ਕ੍ਰੋਧ ਸੀ, ਨਾ ਲੋਭ ਸੀ, ਨਾ ਮੋਹ ਸੀ, ਨਾ ਹੰਕਾਰ ਸੀ। ਕਿਉਂ? ਕਿਉਂਕਿ ਉਹ ਪਵਿੱਤਰ ਸੀ। ਕਿਉਂ ਪਵਿੱਤਰ ਸੀ? ਕਿਉਂਕਿ ਉਹਨੇ ਪਵਿੱਤਰ ਆਤਮਾ ਤੋਂ ਜਨਮ ਲਿਆ। ਹਾਲੇਲੂਇਆ।
ਇਸ ਕਰਕੇ ਮੇਰੇ ਪਿਆਰਿਓ ਇੱਕ ਕੁਐਸਚਨ ਅੱਗੇ ਪੜ੍ਹਦੇ ਬੇਟਾ। ਅਤੇ ਉਹ ਪੁੱਤਰ ਜਣੇਗੀ ਹਾਂ, ਅਤੇ ਤੂੰ ਉਹਦਾ ਨਾਮ ਯਿਸੂ ਰੱਖੀ। ਇਹ ਸਵਰਗੀ ਦੂਤ ਦੱਸ ਰਿਹਾ ਯੂਸੁਫ ਨੂੰ, ਜਿਹੜਾ ਸੋਚ ਰਿਹਾ ਕਿ ਮੈਂ ਇਹਨੂੰ ਤਲਾਕ ਦੇ ਦੂੰਗਾ, ਮੈਨੂੰ ਛੱਡ ਦੂੰਗਾ। ਅੱਗੇ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਹਾਂ, ਯਿਸੂ ਉਹ ਕੀ ਕਰ ਰਿਹਾ ਸਵਰਗੀ ਦੂਤ? ਕਹਿੰਦਾ ਉਹ ਪਵਿੱਤਰ ਹੋਏਗਾ, ਤੂੰ ਉਸ ਬੱਚੇ ਦਾ ਨਾਮ ਯਿਸੂ ਰੱਖੀ। ਉਹ ਆਪਣੇ ਲੋਕਾਂ ਨੂੰ ਪਾਪਾਂ ਤੋਂ ਬਚਾਵੇਗਾ। ਕੀ ਤੋਂ ਬਚਾਵੇਗਾ? ਆਪਣੇ ਲੋਕਾਂ ਨੂੰ। ਹੁਣ ਜਿਹੜੇ ਯਿਸੂ ਮਸੀਹ ਨੂੰ ਕਬੂਲ ਕਰਦੇ ਨੇ ਉਹਨਾਂ ਦੇ ਪਾਪ क्षमा ਕੀਤੇ ਜਾਂਦੇ ਨੇ ਧਰਤੀ ਦੇ ਉੱਤੇ। ਜਿਹੜੇ ਨਹੀਂ ਕਰਦੇ ਉਹ ਫਿਰ ਯਿਸੂ ਦੇ ਉਂਗਲਾਂ ਉਠਾਉਂਦੇ ਨੇ। ਇਹ ਪਵਿੱਤਰ ਨਹੀਂ ਹੈ, ਇਹ ਫਲਾਣਾ ਨਹੀਂ ਹੈ, ਟਿਮਕਾਣਾ ਨਹੀਂ ਹੈ। ਮੇਰੇ ਪਿਆਰਿਓ, ਜਦੋਂ ਤੁਸੀਂ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਪੜੋਗੇ ਤਾਂ ਤੁਸੀਂ ਸਿੱਖੋਗੇ। ਏਦਾਂ ਤੁਸੀਂ ਆਪਣੇ ਮੂੰਹ ਜ਼ੁਬਾਨੀ ਕਿਸੇ ਨਾਲ ਵੀ ਡਿਬੇਟ ਨਹੀਂ ਕਰ ਸਕਦੇ। ਏਦਾਂ ਤੁਸੀਂ ਕਿਸੇ ਨਾਲ ਵੀ ਜਿੱਦ ਬਹਿਸ ਨਹੀਂ ਕਰ ਸਕਦੇ। ਜਾਂ ਤਾਂ ਫਿਰ ਤੁਸੀਂ ਵੱਡੇ ਹੋਗੇ, ਧਾਰਮਿਕ ਗ੍ਰੰਥ ਝੂਠੇ ਨੇ ਜਿਹੜੇ ਹਜ਼ਾਰਾਂ ਸਾਲ ਪਹਿਲਾਂ ਲਿਖਤੇ ਨੇ। ਧਾਰਮਿਕ ਗ੍ਰੰਥ ਇਹ ਇੱਕ ਕਵੀ ਨੇ ਨਹੀਂ ਲਿਖੇ, ਹਜ਼ਾਰਾਂ ਕਵੀਆਂ ਨੇ ਲਿਖੀਆਂ ਨੇ ਬੋਲੀਆਂ। ਕੋਈ ਵੀ ਧਾਰਮਿਕ ਗ੍ਰੰਥ ਤੇ ਝੂਠਾ ਨਹੀਂ ਹੈ। ਪਰਮੇਸ਼ਰ ਨੇ ਹਰੇਕ ਇਨਸਾਨ ਨੂੰ ਨਬੀ ਬਣਾ ਕੇ, ਪੈਗੰਬਰ ਬਣਾ ਕੇ ਲੋਕਾਂ ਨੂੰ ਬਚਾਉਣ ਦੇ ਲਈ ਭੇਜਿਆ ਕਿ ਜਾਓ ਤੁਸੀਂ ਲੋਕਾਂ ਨੂੰ ਬਚਾਓ ਕਿ ਦੋ ਪਾਪਾਂ ਦੇ ਵਿੱਚ ਨਾਸ਼ ਨਾ ਹੋ ਜਾਵੇ। ਇਹ ਧਰਮ ਦੇ ਨਾਮ ਅਸੀਂ ਦੇ ਦਿੱਤੇ ਨੇ ਇੱਕ ਦੂਜੇ ਨੂੰ। ਤੇ ਸਵਰਗੀ ਦੂਤ ਗੱਲ ਕਰ ਰਿਹਾ ਯੂਸੁਫ ਦੇ ਨਾਲ। ਅੱਗੇ ਪੜ੍ਹਦੇ ਬੇਟਾ। ਇਹ ਸਭ ਕੁਝ ਇਸ ਲਈ ਹੋਇਆ ਭਈ ਜਿਹੜੀ ਗੱਲ ਪ੍ਰਭੂ ਨੇ ਨਬੀ ਦੀ ਜਵਾਨੀ ਆਖੀ ਸੀ ਉਹ ਪੂਰੀ ਹੋਵੇ। ਹਾਂ, ਕਿ ਵੇਖੋ ਕੁਆਰੀ ਗਰਭਣੀ ਹੋਈ। ਹਾਂ, ਕੀ ਹੋਏਗੀ? ਇੱਕ ਕੁਆਰੀ ਕੁਮਾਰੀ ਗਰਭਣੀ ਹੋਏਗੀ। ਉਹ ਪੁਰਸ਼ ਦੇ ਦੁਆਰਾ ਨਹੀਂ ਹੋਏਗੀ, ਉਹ ਪਵਿੱਤਰ ਆਤਮਾ ਦੇ ਦੁਆਰਾ ਹੋਏਗੀ। ਇੱਕ ਕੁਆਰੀ ਲੜਕੀ ਗਰਭਣੀ ਹੋਏਗੀ, ਉਹ ਪੁਰਸ਼ ਦੇ ਦੁਆਰਾ ਨਹੀਂ, ਆਤਮਾ ਦੇ ਦੁਆਰਾ ਹੋਏਗੀ। ਅੱਗੇ ਪੜ੍ਹਦੇ ਹੋ। ਅਤੇ ਪੁੱਤਰ ਜਣੇਗੀ। ਉਹ ਪੁੱਤਰ ਵੀ ਜਨੂਗੀ ਅਤੇ ਉਸ ਦਾ ਨਾਮ ਇਮਾਨੂਏਲ ਰੱਖਣਗੇ। ਹਾਂ, ਅੱਗੇ ਜਿਹਦਾ ਅਰਥ ਇਹ ਹੈ ਪਰਮੇਸ਼ਰ ਸਾਡੇ ਸੰਗ। ਤਦੋਂ ਯੂਸੁਫ ਨੇ ਸੁੱਤਿਓਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹਨੂੰ ਆਗਿਆ ਦਿੱਤੀ ਸੀ ਤਿਵੇਂ ਹੀ ਕੀਤਾ। ਹਾਂ, ਤਾਂ ਫਿਰ ਯੂਸੁਫ ਦੇ ਮਨ ਦੇ ਵਿੱਚੋਂ ਸਾਰੀ ਸ਼ੰਕਾ ਨਿਕਲ ਗਈ ਨਾ। ਜਿਹੜੀ ਉਹ ਸੋਚਦਾ ਸੀ ਮੇਰੀ ਪਤਨੀ ਪਹਿਲਾਂ ਹੀ ਉਹ ਪ੍ਰੈਗਨੈਂਟ ਹੈ, ਇਹਦਾ ਮਤਲਬ ਉਹਨੇ ਕਿਸੇ ਨਾਲ ਰਿਲੇਸ਼ਨ ਬਣਾਏ ਨੇ ਤਾਂ ਪ੍ਰੈਗਨੈਂਟ ਹੈ। ਜਦੋਂ ਸਵਰਗੀ ਦੂਤ ਯੂਸੁਫ ਦੇ ਕੋਲ ਆ ਕੇ ਗੱਲ ਕਰਨ ਲੱਗ ਗਿਆ ਤਾਂ ਹੀ ਉਹਦੇ ਮਨ ਦੇ ਵਿੱਚੋਂ ਸਾਰੀ ਸ਼ੰਕਾ ਨਿਕਲੀ ਕਿ ਹਾਂ ਮੇਰੀ ਪਤਨੀ ਪਵਿੱਤਰ ਹੈ, ਉਹਦੇ ਬੱਚਾ ਹੋਏਗਾ ਔਰ ਉਹਦਾ ਨਾਮ ਮੈਂ ਯਿਸੂ ਰੱਖਾਂਗਾ। ਹਾਲੇਲੂਇਆ। ਤਾਂ ਫਿਰ ਉਹ ਗਿਆ। ਅੱਗੇ ਪੜ੍ਹਦੇ ਬੇਟਾ ਬਚਨ। ਔਰ ਆਪਣੀ ਪਤਨੀ ਨੂੰ ਆਪਣੇ ਘਰ ਲੈ ਆਇਆ। ਹਾਂ, ਉਹਨੂੰ ਪਤਾ ਸੀ ਕਿ ਮੇਰੀ ਪਤਨੀ ਪ੍ਰੈਗਨੈਂਟ ਹੈ। ਉਹ ਫਿਰ ਜਦੋਂ ਉਹਨੇ ਸਵਰਗੀ ਦੂਤ ਨੇ ਆ ਕੇ ਉਹਨੂੰ ਸਫਾਈ ਦਿੱਤੀ ਹੈ, ਕਿਸੇ ਮਨੁੱਖ ਨੇ ਸਫਾਈ ਨਹੀਂ ਦਿੱਤੀ ਯੂਸੁਫ ਨੂੰ। ਉਹਨੂੰ ਜਦੋਂ ਸਵਰਗੀ ਦੂਤ ਨੇ ਸਫਾਈ ਦਿੱਤੀ ਫਿਰ ਸਵਰਗੀ ਦੂਤ ਚਲਾ ਗਿਆ ਉਹਨੂੰ ਕਹਿ ਕੇ। ਤਾਂ ਯੂਸੁਫ ਉੱਠਿਆ ਤੇ ਆਪਣੀ ਪਤਨੀ ਨੂੰ ਆਪਣੇ ਘਰ ਲੈ ਕੇ ਆਇਆ ਜਦ ਕਿ ਉਹ ਪ੍ਰੈਗਨੈਂਟ ਸੀ। ਅੱਗੇ ਅਤੇ ਉਹਨੂੰ ਨਾ ਜਾਣਿਆ। ਹਾਂ, ਉਹਦੇ ਬਾਰੇ ਉਹਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਵੇਂ ਉਹ ਪ੍ਰੈਗਨੈਂਟ ਹੋਈ ਹੈ, ਕਿਉਂਕਿ ਉਹ ਸਾਰਾ ਕੁਝ ਸਵਰਗੀ ਦੂਤ ਹੀ ਤਾਂ ਦੱਸ ਗਿਆ ਉਹਨੂੰ ਵੀ ਇਹ ਪਵਿੱਤਰ ਆਤਮਾ ਦੇ ਦੁਆਰਾ ਪ੍ਰਗਟ ਹੋਇਆ ਬੱਚਾ। ਅੱਗੇ ਜਿੰਨਾ ਚਿਰ ਉਹ ਪੁੱਤਰ ਨਾ ਜਣੀ। ਹਾਂ, ਅਤੇ ਉਹਦਾ ਨਾਮ ਯਿਸੂ ਰੱਖਿਆ। ਹਾਲੇਲੂਇਆ। ਕੀ ਰੱਖਿਆ ਉਹਦਾ ਨਾਮ? ਫਿਰ ਅੱਜ ਯਿਸੂ ਦੇ ਨਾਮ ਤੇ ਐਨੀ ਡਿਬੇਟ ਕਿਉਂ ਕਰਦੇ ਨੇ ਲੋਕ? ਯਿਸੂ ਦੇ ਨਾਮ ਤੇ, ਯਿਸੂ ਦੇ ਜਨਮ ਤੇ ਇੰਨਾ ਕਿਉਂ ਭਖਦੇ ਨੇ ਲੋਕ? ਜਾਂ ਤਾਂ ਫਿਰ ਪਵਿੱਤਰ ਸ਼ਾਸਤਰ ਪੜ੍ਹ ਲਓ, ਜਾਂ ਤਾਂ ਪਵਿੱਤਰ ਗ੍ਰੰਥ ਪੜ੍ਹ ਲਓ, ਗੀਤਾ ਪੜ੍ਹ ਲਓ, ਕੁਰਾਨ ਪੜ੍ਹ ਲਓ। ਸਾਰੇ ਗ੍ਰੰਥਾਂ ਦੇ ਵਿੱਚ ਯਿਸੂ ਦਾ ਪ੍ਰਚਾਰ ਲਿਖਿਆ ਹੈ। ਸਾਰੇ ਗ੍ਰੰਥਾਂ ਦੇ ਵਿੱਚ ਯਿਸੂ ਦੀ ਮਾਨਤਾ ਲਿਖੀ ਹੋਈ ਹੈ। ਕਿਸੇ ਵੀ ਗ੍ਰੰਥ ਦੇ ਵਿੱਚ ਯਿਸੂ ਦਾ ਨਿਰਾਦਰ ਨਹੀਂ ਕੀਤਾ ਗਿਆ। ਜਿਹੜੇ ਧਰਮ ਨੂੰ ਉੱਚਾ ਲੈ ਕੇ ਆਉਣਾ ਚਾਹੁੰਦੇ ਨੇ ਉਹ ਧਾਰਮਿਕਤਾ ਦੀਆਂ ਗੱਲਾਂ ਨਹੀਂ ਕਰਦੇ, ਉਹ ਧਾਰਮਿਕਤਾ ਨੂੰ ਦਬਾਉਣਾ ਚਾਹੁੰਦੇ ਨੇ, ਜਦਕਿ ਸਾਨੂੰ ਧਾਰਮਿਕਤਾ ਨੂੰ ਉੱਤੇ ਲੈ ਕੇ ਆਉਣਾ ਚਾਹੀਦਾ, ਧਰਮ ਨੂੰ ਉੱਚੇ ਨਹੀਂ ਕਰਨਾ ਚਾਹੀਦਾ। ਹਾਲੇਲੂਇਆ। ਸੋ ਅਗਲਾ ਵਚਨ ਪੜ੍ਹਦੇ ਬੇਟਾ, ਲੂਕਾ ਦੀ ਕਿਤਾਬ ਉਹਦੀ 2 ਅਧਿਆਇ ਉਹਦੀ 10 ਤੇ 11 ਪੜ੍ਹਦੇ। ਹਾਂ, ਤਦ ਦੂਤ ਨੇ ਉਹਨਾਂ ਨੂੰ ਆਖਿਆ। ਦੂਤ ਹੁਣ ਲੋਕਾਂ ਨੂੰ ਕਹਿ ਰਿਹਾ। ਹੁਣ ਇੱਥੇ ਅਜ਼ਾਲੀ ਜਿਹੜੇ ਨੇ ਉਹ ਬਾਗ ਨੂੰ ਚਾਰ ਰਹੇ ਸੀ, ਭੇਡਾਂ ਬੱਕਰੀਆਂ ਸਾਰਾ ਕੁਝ, ਗਾਵਾਂ ਮੱਝਾਂ ਉਹ ਚਾਰ ਰਹੇ ਸੀ। ਚਾਰਦੇ ਉਹਨਾਂ ਨੂੰ ਹਨੇਰਾ ਹੋ ਜਾਂਦਾ ਇੱਕ ਜਗ੍ਹਾ ਤੇ। ਸਮਝ ਹੁਣ ਮੇਰੀ ਗੱਲ। ਉਹ ਜਦੋਂ ਹਨੇਰਾ ਹੋ ਜਾਂਦਾ ਤਾਂ ਉਹ ਇੱਜੜ ਨੂੰ ਇਕੱਠਾ ਕਰਕੇ ਬੈਠੇ ਹੁੰਦੇ ਨੇ ਤੇ 5-7 ਬੰਦੇ ਬੈਠੇ ਹੁੰਦੇ ਨੇ ਜਿਹੜੇ ਅਜ਼ਾਲੀ ਹੁੰਦੇ ਨੇ, ਉਹਨਾਂ ਦੇ ਵਿੱਚ ਸਵਰਗੀ ਦੂਤ ਆ ਕੇ ਖੜਾ ਹੋ ਜਾਂਦਾ
ਕੀ ਹੋ ਜਾਂਦਾ? ਸਵਰਗੀ ਦੂਤ ਉਹਨਾਂ ਇੱਜੜ ਦੇ ਵਿੱਚ ਆ ਕੇ ਖੜਾ ਹੋ ਜਾਂਦਾ ਤੇ ਉੱਥੇ ਉਹ ਰੋਸ਼ਨੀ ਹੀ ਰੋਸ਼ਨੀ ਹੋ ਜਾਂਦੀ ਹੈ, ਕਿਉਂਕਿ ਉਹ ਲਾਈਟ ਸੀ। ਸਵਰਗੀ ਦੂਤ ਇੱਕ ਚਾਨਣ ਸੀ। ਅੱਗੇ ਪੜ੍ਹਦੇ ਬੇਟਾ। ਨਾ ਡਰੋ ਹਾਂ। ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ਖਬਰ ਸੁਣਾਉਂਦਾ ਹਾਂ। ਹਾਂ, ਜਦੋਂ ਸਵਰਗੀ ਦੂਤ ਉਹਨਾਂ ਦੇ ਵਿੱਚ ਖੜਾ ਹੋ ਗਿਆ ਨਾ ਜਾ ਕੇ, ਤਾਂ ਡਰਨ ਲੱਗ ਜਾਂਦੇ ਨੇ ਸਾਰੇ ਕਿ ਭੂਤ ਆ ਗਿਆ, ਭੂਤ ਆ ਗਿਆ। ਤਾਂ ਸਵਰਗੀ ਦੂਤ ਕੀ ਕਹਿੰਦਾ? ਕਹਿੰਦਾ ਡਰੋ ਨਾ। ਉਹ ਲੋਕ ਜਿਹੜੇ ਬੈਠੇ ਸੀ, ਜਿਹੜੇ ਉਹ ਭੇਡਾਂ ਬੱਕਰੀਆਂ ਚਾਰਨ ਵਾਲੇ ਸੀ, ਜਾਲੀ ਸੀ, ਉਹਨਾਂ ਦੇ ਵਿੱਚ ਜਾ ਕੇ ਜਦੋਂ ਪ੍ਰਗਟ ਹੋਏ ਨਾ ਉਹ ਡਰ ਜਾਂਦੇ ਨੇ। ਲੇਕਿਨ ਸਵਰਗੀ ਦੂਤ ਕਹਿੰਦਾ ਡਰੋ ਨਾ, ਮੈਂ ਤੁਹਾਨੂੰ ਕੁਝ ਦੱਸਣ ਆਇਆ, ਖੁਸ਼ੀ ਦੀ ਖਬਰ ਸੁਣਾਉਣ ਆਇਆ ਤੁਹਾਨੂੰ। ਕੀ ਸੁਣਨਾ ਚਾਹੁੰਦੇ ਹੋ? ਖੁਸ਼ੀ ਦੀ ਖਬਰ ਤੁਸੀਂ ਸੁਣਨਾ ਚਾਹੁੰਦੇ ਹੋ? ਤਾਂ ਪਰਮੇਸ਼ਰ ਦਾ ਇੱਥੇ ਵਚਨ ਕਹਿ ਰਿਹਾ, ਸਵਰਗੀ ਦੂਤ ਉਹਨਾਂ ਜਾਲੀਆਂ ਨੂੰ ਕਹਿ ਰਿਹਾ, ਕਹਿੰਦਾ ਡਰੋ ਨਾ, ਮੈਂ ਖੁਸ਼ੀ ਦੀ ਖਬਰ ਲੈ ਕੇ ਆਇਆ। ਸੁਣੋ ਖੁਸ਼ੀ ਦੀ ਖਬਰ ਕੀ ਹੈ? ਜੋ ਸਾਰੀ ਪ੍ਰਜਾ ਦੇ ਲਈ ਹੋਵੇਗੀ। ਕਿਹਦੇ ਲਈ? ਸਾਰੀ ਪ੍ਰਜਾ ਦੇ ਲਈ। ਚਾਹੇ ਹਿੰਦੂ ਆ, ਚਾਹੇ ਮੁਸਲਿਮ ਆ, ਚਾਹੇ ਸਿੱਖ ਆ, ਚਾਹੇ ਈਸਾਈ ਆ। ਇੱਥੇ ਧਰਮ ਵੱਡੇ ਨਹੀਂ ਕੀਤੇ ਪਰਮੇਸ਼ਰ ਨੇ, ਇੱਥੇ ਇਨਸਾਨ ਨੂੰ ਵੱਡਾ ਕੀਤਾ ਪਰਮੇਸ਼ਰ ਨੇ। ਹਾਲੇਲੂਇਆ। ਸਾਰੀ ਪ੍ਰਜਾ ਦੇ ਲਈ, ਇਹਦਾ ਮਤਲਬ ਸਾਰੇ ਜਗਤ ਦੇ ਲਈ। ਪਰਮੇਸ਼ਰ ਦਾ ਵਚਨ ਕਹਿੰਦਾ ਜਾਓ ਸਾਰੇ ਜਗਤ ਦੇ ਵਿੱਚ ਜਾ ਕੇ ਸੁਸਮਾਚਾਰ ਸੁਣਾਓ, ਉਹਨਾਂ ਨੂੰ ਪੁੱਤਰ ਪਿਤਾ ਪਵਿੱਤਰ ਆਤਮਾ ਦੇ ਵਿੱਚ ਬਪਤਿਸਮਾ ਦਿਓ। ਦੇਖੋ ਯੁੱਗ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਹਾਂ। ਹਾਲੇਲੂਇਆ। ਕਦੋਂ ਤੱਕ ਨਾਲ ਆ ਸਾਡੇ? ਉਹ ਯੁੱਗ ਦੇ ਅੰਤ। ਉਹਨੇ ਕੱਲਾ ਇਹ ਨਹੀਂ ਕਿਹਾ ਕਿ ਜਾਓ ਤੁਸੀਂ ਕੱਲੇ ਈਸਾਈਆਂ ਨੂੰ ਪ੍ਰਚਾਰ ਕਰੋ ਤੇ ਉਹਨਾਂ ਨੂੰ ਸਵਰਗ ਦੇ ਵਿੱਚ ਲੈ ਕੇ ਆਓ। ਨਹੀਂ, ਉਹ ਕੱਲੇ ਈਸਾਈਆਂ ਨੂੰ ਪਿਆਰ ਨਹੀਂ ਕਰਦਾ, ਉਹ ਹਿੰਦੂਆਂ ਨੂੰ ਵੀ ਉਹ ਨਹੀਂ ਕਰਦਾ, ਮੁਸਲਮਾਨਾਂ ਨੂੰ ਵੀ ਉਹ ਨਹੀਂ ਕਰਦਾ, ਸਿੱਖਾਂ ਨੂੰ ਵੀ ਉਹ ਨਹੀਂ ਕਰਦਾ, ਕਿਉਂਕਿ ਉਹ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ। ਉਹ ਸਭ ਨੂੰ ਇੱਕੋ ਨਾਮ ਦਾ ਪਿਆਰ ਕਰਦਾ। ਉਹ ਕਹਿੰਦਾ ਜਾਓ ਸਾਰੇ ਜਗਤ ਵਿੱਚ ਜਾ ਕੇ ਸੁਸਮਾਚਾਰ ਕਰੋ ਤੇ ਲੋਕਾਂ ਨੂੰ ਪੁੱਤਰ ਪਿਤਾ ਪਵਿੱਤਰ ਆਤਮਾ ਦੇ ਵਿੱਚ ਬਪਤਿਸਮਾ ਦੇ ਕੇ ਉਹਨਾਂ ਨੂੰ ਮੇਰੇ ਚੇਲੇ ਬਣਾਓ। ਕਿਹਦੇ ਚੇਲੇ ਬਣਾਉਣਾ ਸੀ? ਯਿਸੂ ਦੇ ਚੇਲੇ ਬਣਾਉਣਾ। ਅੱਜ ਲੋਕ ਯਿਸੂ ਦੇ ਨਾਮ ਤੇ ਨਫ਼ਰਤ ਕਰਦੇ ਨੇ, ਲੇਕਿਨ ਜਿਹੜੇ ਨਫ਼ਰਤ ਕਰਦੇ ਨੇ ਯਾਦ ਰੱਖਣ 1 ਸਾਲ ਦੇ ਵਿੱਚ ਉਹ ਯਿਸੂ ਨੂੰ ਕਬੂਲ ਕਰ ਲੈਣਗੇ। ਹਾਲੇਲੂਇਆ। ਜਿਹੜੇ ਨਫ਼ਰਤ ਕਰਦੇ ਨੇ ਉਹ 1 ਸਾਲ ਦੇ ਵਿੱਚ ਯਿਸੂ ਦੇ ਕੋਲ ਆਣਗੇ ਗੋਡੇ ਨਿਵਾ ਕੇ, ਕਿਉਂਕਿ ਧਾਰਮਿਕ ਗ੍ਰੰਥਾਂ ਦੇ ਵਿੱਚ ਐਵੇਂ ਨਹੀਂ ਲਿਖਿਆ ਗਿਆ। ਕੀ ਖੁਸ਼ਖਬਰੀ ਸੁਣਾਉਂਦਾ? ਦੇਖੋ ਸਵਰਗੀ ਦੂਤ ਉਹਨਾਂ ਨੂੰ। ਪੜ੍ਹਦੇ ਬੇਟਾ ਅੱਗੇ। ਭਾਈ ਦਾਊਦ ਦੇ ਨਗਰ ਵਿੱਚ ਹਾਂ, ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ। ਹਾਲੇਲੂਇਆ। ਕੀ ਕਰੇ ਸਵਰਗੀ ਦੂਤ? ਕਹਿੰਦਾ ਦੇਖੋ ਡਰੋ ਨਾ, ਮੈਂ ਤੁਹਾਡੇ ਲਈ ਖੁਸ਼ਖਬਰੀ ਲੈ ਕੇ ਆਇਆ ਜਿਹੜੀ ਸਾਰੀ ਪ੍ਰਜਾ ਦੇ ਲਈ ਹੈ। ਦੇਖੋ ਦਾਊਦ ਦੇ ਘਰਾਣੇ ਦੇ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋ ਚੁੱਕਿਆ ਜਿਹਦਾ ਨਾਮ ਪ੍ਰਭੂ ਯਿਸੂ ਹੈ। ਹਾਲੇਲੂਇਆ। ਕੀ ਹੈ ਉਹਦਾ ਨਾਮ? ਪ੍ਰਭੂ ਯਿਸੂ ਹੈ। ਇਹ ਕਿਹਨੇ ਦੱਸਿਆ? ਇਹ ਸਵਰਗੀ ਦੂਤ ਦੱਸ ਰਿਹਾ ਲੋਕਾਂ ਨੂੰ ਜਾ ਕੇ। ਕਹਿੰਦਾ ਦੇਖੋ ਉਹ ਦਾਊਦ ਦੇ ਘਰਾਣੇ ਦੇ ਵਿੱਚ ਤੁਹਾਡੇ ਸਾਰਿਆਂ ਦੇ ਲਈ ਇੱਕ ਮੁਕਤੀਦਾਤਾ ਪੈਦਾ ਹੈ ਜਿਹੜਾ ਯਿਸੂ ਮਸੀਹ ਹੈ, ਜਿਹੜਾ ਪ੍ਰਭੂ ਯਿਸੂ ਮਸੀਹ ਕਹਾਂਦਾ ਹੈ। ਦੇਖੋ ਜਾ ਕੇ ਖੁਰਲੀ ਦੇ ਵਿੱਚ ਪਿਆ, ਕਿਉਂਕਿ ਉਹਨੂੰ ਜਗ੍ਹਾ ਨਹੀਂ ਮਿਲੀ ਕਿਤੇ ਰੱਖਣ ਦੇ ਲਈ, ਥਾਂ ਨਹੀਂ ਮਿਲਿਆ ਕਿਤੇ। ਮੇਰੇ ਪਿਆਰਿਓ, ਅੱਜ ਅਸੀਂ ਕਹਿੰਦੇ ਯਿਸੂ ਦਾ ਜਨਮ ਬਿਨਾਂ ਪੁਰਸ਼ ਤੋਂ ਕਿੱਦਾਂ ਹੋ ਗਿਆ? ਜਿਹੜਾ ਪਰਮੇਸ਼ਵਰ ਜਦੋਂ ਧਰਤੀ ਬਣੀਆਂ 7 ਦਿਨਾਂ ਦੇ ਵਿੱਚ ਪਰਮੇਸ਼ਰ ਨੇ ਸਾਰਾ ਕੁਝ ਬਣਾਇਆ। ਪਹਿਲੇ ਦਿਨ ਕੀ ਬਣਾਇਆ? ਧਰਤੀ ਤੇ ਆਕਾਸ਼ ਬਣਾਇਆ। ਦੂਜੇ ਦਿਨ ਸਾਰਾ ਕੁਝ ਬਣਾ ਦਿੱਤਾ, ਪਸ਼ੂ ਪੰਛੀ ਬਣਾ ਦਿੱਤੇ, ਪੇੜ ਪੌਦੇ ਉਗਾ ਦਿੱਤੇ। ਪੜ੍ਹ ਕੇ ਦੇਖੋ ਗ੍ਰੰਥ ਦੇ ਵਿੱਚ ਕੀ ਲਿਖਿਆ ਹੈ। ਪਰਮੇਸ਼ਰ ਕਹਿੰਦਾ ਧਰਤੀ ਟਲ ਜਾਏਗੀ, ਆਕਾਸ਼ ਟਲ ਜਾਏਗਾ, ਪਰ ਮੇਰਾ ਵਚਨ ਕਦੇ ਵੀ ਨਹੀਂ ਟਲੇਗਾ। ਇਹ ਇਨਸਾਨ ਦੀਆਂ ਗੱਲਾਂ ਨਹੀਂ ਹੈ ਜਿਹੜੀਆਂ ਤੁਹਾਨੂੰ ਸਿਖਾਈਆਂ ਜਾ ਰਹੀਆਂ ਨੇ, ਇਹ ਧਾਰਮਿਕ ਸ਼ਾਸਤਰ ਦੀਆਂ ਗੱਲਾਂ ਨੇ, ਪਵਿੱਤਰ ਗ੍ਰੰਥ ਦੀਆਂ ਗੱਲਾਂ ਨੇ। ਪਵਿੱਤਰ ਬਾਈਬਲ ਦੇ ਵਿੱਚ ਜੋ ਲਿਖਿਆ ਗਿਆ ਉਹ ਤੁਹਾਡੇ ਅੱਗੇ ਖੋਲ ਕੇ ਦੱਸਿਆ ਜਾ ਰਿਹਾ। ਅੱਗੇ ਵਚਨ ਪੜ੍ਹਦੇ ਬੇਟਾ। ਮਤੀ ਦੀ ਕਿਤਾਬ 10 ਉਹਦੀ 7 ਤੇ 8 ਹੈ। ਅਤੇ ਤੁਰਦੇ ਤੁਰਦੇ ਪ੍ਰਚਾਰ ਕਰਕੇ ਆਖੋ ਭਾਈ ਸੁਰਗ ਦਾ ਰਾਜ ਨੇੜੇ ਆਇਆ ਹੈ। ਹਾਂ, ਅੱਜ ਜਿਹੜੇ ਕਹਿੰਦੇ ਨੇ ਨਾ ਕਿ ਤੁਸੀਂ ਹੋਕਾ ਦਿੰਦੇ ਫਿਰਦੇ ਹੋ ਜੀ, ਜਗ੍ਹਾ ਜਗ੍ਹਾ ਤੇ ਤੁਸੀਂ ਪ੍ਰਚਾਰ ਕਰਦੇ ਹੋ। ਅਸੀਂ ਤਾਂ ਪ੍ਰਚਾਰ ਕਰਦੇ ਹਾਂ ਕਿਉਂਕਿ ਸਾਡੇ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਪ੍ਰਚਾਰ ਕਰਨਾ। ਪਰਮੇਸ਼ਰ ਦਾ ਵਚਨ ਕਹਿੰਦਾ ਤੁਸੀਂ ਜਗ੍ਹਾ ਜਗ੍ਹਾ ਤੇ ਤੁਰਦੇ ਤੁਰਦੇ ਵੀ ਪ੍ਰਚਾਰ ਕਰੋ ਕਿ ਦੇਖੋ ਤੌਬਾ ਕਰੋ, ਬਪਤਿਸਮਾ ਲਓ, ਸਵਰਗ ਦਾ ਰਾਜ ਨੇੜੇ ਹੈ। ਕੀ ਕਰੋ? ਤੌਬਾ ਕਰੋ, ਬਪਤਿਸਮਾ ਲਓ, ਸਵਰਗ ਦਾ ਰਾਜ ਨੇੜੇ ਹੈ। ਫਿਰ ਦੂਜੇ ਧਰਮਾਂ ਵਾਲੇ ਲੋਕ ਪੁੱਛਦੇ ਨੇ ਤੁਹਾਨੂੰ ਆਗਿਆ ਕਿਹਨੇ ਦਿੱਤੀ? ਸਾਨੂੰ ਆਗਿਆ ਕਿਸੇ ਮਨੁੱਖ ਨੇ ਨਹੀਂ ਦਿੱਤੀ, ਸਾਨੂੰ ਆਗਿਆ ਸਾਡੇ ਗ੍ਰੰਥ ਨੇ ਦਿੱਤੀ ਹੈ, ਸਾਡੇ ਪਵਿੱਤਰ ਸ਼ਾਸਤਰ ਨੇ ਦਿੱਤੀ ਹੈ। ਜਿਹੜਾ ਕਹਿੰਦਾ ਤੁਸੀਂ ਤੁਰਦੇ ਤੁਰਦੇ ਪ੍ਰਚਾਰ ਕਰੋ। ਕੀ ਪ੍ਰਚਾਰ ਕਰੋ? ਅੱਗੇ ਪੜ੍ਹਦੇ ਬੇਟਾ। ਰੋਗੀਆਂ ਨੂੰ ਚੰਗਾ ਕਰੋ। ਲੈ ਦੇਖੋ ਹੁਣ ਪੁੱਛ ਲਓ
बहुत भैन भरा ने जिहड़े मैं आडियो सुन रहा सी, वीडियो देख रहा सी, ਉਹਦੇ ਵਿੱਚ ਕੁਐਸਚਨ ਪੁੱਟ ਕੀਤੇ ਜਾ ਰਹੇ ਨੇ ਪਾਸਟਰਾਂ ਨੂੰ ਕਿ ਤੁਹਾਨੂੰ ਕਿਹਨੇ ਚੰਗਾ ਕਰਨ ਦੀ ਆਗਿਆ ਦਿੱਤੀ, ਤੁਸੀਂ ਪਖੰਡਵਾਦ ਫੈਲਾਇਆ ਹੋਇਆ, ਤੁਸੀਂ ਫਲਾਨਾਵਾਦ ਫੈਲਾਇਆ ਹੋਇਆ। ਯਿਸੂ ਮਸੀਹ ਜੀ ਨੇ ਵਚਨ ਦੇ ਵਿੱਚ ਲਿਖਿਆ ਜਿਹੜਾ ਮੇਰੇ ਤੇ ਭਰੋਸਾ ਕਰਦਾ ਹੈ ਉਹ ਮੇਰੇ ਜਿਹੇ ਕੰਮ ਨਹੀਂ, ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੇਗਾ। ਹਾਲੇਲੂਇਆ। ਕਿੱਡੇ ਕਿੱਡੇ ਕੰਮ ਕਰੇਗਾ? ਮੇਰੇ ਤੋਂ ਵੱਡੇ ਵੱਡੇ ਕੰਮ ਕਰੇਗਾ। ਸਵੈਮ ਯਿਸੂ ਮਸੀਹ ਨੇ ਇਹ ਗੱਲ ਕੀਤੀ ਹੈ, ਤਾਂ ਫਿਰ ਕਰੋ ਭਰੋਸਾ ਯਿਸੂ ਤੇ। ਬਹੁਤ ਭੈਣ ਭਰਾ ਨੇ ਜਿਹੜੇ ਕਹਿੰਦੇ ਨੇ ਅਸੀਂ ਤੁਹਾਡੇ ਕੋਲ ਮੁਰਦੇ ਲੈ ਕੇ ਆਨੇ ਆ, ਅਸੀਂ ਤੁਹਾਡੇ ਕੋਲ ਲੰਗੜੇ ਲੈ ਕੇ ਆਨਾ, ਤੁਸੀਂ ਚੱਲਦੇ ਕਰੋ। ਅਸੀਂ ਇਹ ਨਹੀਂ ਕਹਿੰਦੇ ਕਿ ਪਰਮੇਸ਼ਰ ਚੱਲਦਾ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਨੀਵੇਂ ਹੋ ਕੇ ਖੁਦਾ ਦੇ ਕੋਲ ਆਉਂਦੇ ਨੇ ਉਹ ਬਚਾਏ ਜਾਂਦੇ ਨੇ। ਪਰਮੇਸ਼ਰ ਆਕੜ ਦੇ ਨਾਲ ਪਰਮੇਸ਼ਰ ਨਹੀਂ ਮੰਨਦਾ, ਉਹ ਪ੍ਰੇਮ ਹੈ, ਉਹ ਪ੍ਰੇਮ ਦੇ ਨਾਲ ਉਹ ਨੀਵੇਂ ਹੋ ਕੇ ਜਦੋਂ ਅਸੀਂ ਪਰਮੇਸ਼ਰ ਦੇ ਕੋਲ ਜਾਂਦੇ ਆ ਤਾਂ ਸਾਡੀ ਆਵਾਜ਼ ਸੁਣਦਾ। ਅੱਜ ਤੁਸੀਂ ਵੇਓ ਫੇਸ ਚਰਚ ਰੇਤਗੜ੍ਹ ਦੇ ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਦੇ ਨਾਮ ਤੇ YouTube ਚੈਨਲ ਆ, ਦੇਖੋ ਉੱਥੇ ਕਿੰਨੇ ਲੋਕ ਚੰਗੇ ਕੀਤੇ ਨੇ ਪਰਮੇਸ਼ਰ ਨੇ। ਕਿੰਨੇ ਹਜ਼ਾਰਾਂ ਲੋਕ ਆਉਂਦੇ ਨੇ ਗਵਾਹੀਆਂ ਲੈ ਕੇ ਕਿ ਹਾਂਜੀ ਪਾਸਟਰ ਜੀ ਮੇਰੇ ਕੋਲ 15 ਸਾਲ ਤੋਂ 20 ਸਾਲ ਤੋਂ ਬੱਚਾ ਨਹੀਂ ਹੋਇਆ। ਇੱਥੇ ਤੱਕ ਕਿ ਕਿੰਨਰਾਂ ਦੇ ਵੀ ਬੱਚੇ ਪੈਦਾ ਕਰ ਦਿੱਤੇ ਨੇ ਪਰਮੇਸ਼ਰ ਨੇ। ਇੱਥੇ ਤੱਕ ਕੈਂਸਰ ਵਾਲੇ ਵੀ ਠੀਕ ਕਰਦੇ ਨੇ, ਏਡਜ਼ ਵਾਲੇ ਵੀ ਠੀਕ ਕਰ ਦਿੱਤੇ ਨੇ ਪਰਮੇਸ਼ਰ ਨੇ। ਉਹ ਕੀ ਨਹੀਂ ਕਰ ਸਕਦਾ? ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਯਿਸੂ ਮਸੀਹ ਕੀ ਕਹਿ ਰਿਹਾ ਲੋਕਾਂ ਨੂੰ? ਕਹਿੰਦਾ ਜਿਹੜਾ ਮੇਰੇ ਤੇ ਭਰੋਸਾ ਕਰੇਗਾ ਉਹ ਮੇਰੇ ਜਿਹੇ ਕੰਮ ਨਹੀਂ ਬਲਕਿ ਮੇਰੇ ਤੋਂ ਵੱਡੇ ਵੱਡੇ ਕੰਮ ਕਰੇਗਾ। ਜੇ ਤੁਹਾਨੂੰ ਯਿਸੂ ਮਸੀਹ ਤੇ ਭਰੋਸਾ ਤਾਂ ਤੁਸੀਂ ਕੰਮ ਵੱਡੇ ਵੱਡੇ ਕਰੋਗੇ। ਜੇ ਯਿਸੂ ਤੇ ਭਰੋਸਾ ਨਹੀਂ ਹੈ ਤਾਂ ਫਿਰ ਉਹ ਕੰਮ ਕਰਨ ਵਾਲਾ ਨਹੀਂ ਹੈ। ਇੱਕ ਲਾਈਨ ਦੇ ਵਿੱਚ 10 ਅੰਨੇ ਬੈਠੇ ਹੁੰਦੇ ਨੇ, 10 ਅੰਨਿਆਂ ਦੇ ਵਿੱਚੋਂ ਇੱਕ ਅੰਨੇ ਨੂੰ ਪਤਾ ਲੱਗ ਜਾਂਦਾ ਵੀ ਇੱਥੋਂ ਯਿਸੂ ਮਸੀਹ ਤੁਰਿਆ ਜਾ ਰਿਹਾ ਹੈ। ਤਾਂ ਜਦੋਂ ਯਿਸੂ ਮਸੀਹ ਤੁਰਿਆ ਜਾ ਰਿਹਾ ਤਾਂ ਉਹਨਾਂ ਭੱਜਦਾ ਪਿੱਛੇ ਯਿਸੂ ਯਿਸੂ ਆਵਾਜ਼ ਮਾਰਦਾ ਯਿਸੂ ਯਿਸੂ। ਉਹ ਜਦੋਂ ਕੋਲ ਜਾਂਦਾ ਤਾਂ ਯਿਸੂ ਮਸੀਹ ਖੜ ਜਾਂਦਾ, ਉਹਦੀ ਆਵਾਜ਼ ਨੂੰ ਸੁਣ ਕੇ ਕਹਿੰਦਾ ਦੱਸ ਮੈਂ ਤੇਰੇ ਲਈ ਕੀ ਕਰਾਂ? ਤਾਂ ਉਹ ਕਹਿੰਦਾ ਅੰਨਾ ਕਹਿੰਦਾ ਦੇਖ ਮੈਂ ਤੈਨੂੰ ਦੇਖਣਾ ਚਾਹੁੰਦਾ। ਤੇ ਯਿਸੂ ਨੇ ਕੀ ਕਿਹਾ? ਕਹਿੰਦਾ ਜਾ ਤੇਰੀ ਨਿਸ਼ਚਾ ਨੇ ਤੈਨੂੰ ਚੰਗਾ ਕੀਤਾ। ਮੇਰੇ ਭਰਾਵੋ ਉਹੀ ਲੋਕ ਚੰਗੇ ਹੁੰਦੇ ਨੇ ਯਿਸੂ ਦੇ ਕੋਲ ਆ ਕੇ ਜਿਹੜੇ ਨਿਸ਼ਚਾ ਲੈ ਕੇ ਆਉਂਦੇ ਨੇ, ਜਿਹੜੇ ਵਿਸ਼ਵਾਸ ਲੈ ਕੇ ਆਉਂਦੇ ਨੇ। ਯਿਸੂ ਨੂੰ ਚੈਲੰਜ ਨਾਲ ਨਹੀਂ, ਐ ਤਾਂ 10 ਅੰਨੇ 9 ਅੰਨੇ ਹੋਰ ਬਾਕੀ ਬਚਦੇ ਸੀ ਉੱਥੇ, ਉਹ ਕਿਉਂ ਨਹੀਂ ਠੀਕ ਹੋਏ? ਕਿਉਂਕਿ ਉਹ ਇੱਕੋ ਦੇ ਨਾਲ ਭਰੇ ਹੋਏ ਸੀ ਵੀ ਜੇ ਪਰਮੇਸ਼ਰ ਹੈਗਾ ਤਾਂ ਸਾਨੂੰ ਇੱਥੇ ਆ ਕੇ ਠੀਕ ਕਰ ਦੇ। ਨਹੀਂ, ਵਚਨ ਕਹਿੰਦਾ ਪਹਿਲਾਂ ਤੁਸੀਂ ਮੇਰੇ ਵਿੱਚ ਰਹੋ ਫਿਰ ਮੈਂ ਤੁਹਾਡੇ ਵਿੱਚ ਰਹਾਂ, ਫਿਰ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ। ਅੱਜ ਸਾਨੂੰ ਪਰਮੇਸ਼ਰ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ। ਜ਼ਰੂਰਤ ਸਾਨੂੰ ਆ ਪਰਮੇਸ਼ਰ ਦੀ, ਪਰਮੇਸ਼ਰ ਨੂੰ ਨਹੀਂ ਹੈ। ਦੁਖੀ ਅਸੀਂ ਆ, ਪਰਮੇਸ਼ਰ ਨਹੀਂ ਹੈ। ਬਾਈਬਲ 'ਚ ਲਿਖਿਆ ਗਿਆ ਦੁਖੀ ਇਨਸਾਨ ਨੂੰ ਵੈਦ ਦੀ ਜ਼ਰੂਰਤ ਹੁੰਦੀ ਹੈ, ਚੰਗੇ ਭਲੇ ਨੂੰ ਵੈਦ ਦੀ ਜ਼ਰੂਰਤ ਨਹੀਂ ਹੁੰਦੀ। ਅੱਜ ਜਿੰਨੇ ਲੋਕ ਚਰਚਾਂ ਦੇ ਵਿੱਚ ਆਉਂਦੇ ਨੇ ਉਹ ਸਭ ਦੁਖੀ ਤਾਂ ਹੈ ਨੇ, ਸਾਰੀ ਜਗ੍ਹਾ ਤੇ ਨੱਕ ਰਗੜ ਕੇ ਆਏ ਨੇ। ਇੱਥੋਂ ਗਵਾਹੀਆਂ ਸੁਣਦੇ ਆ, ਇੱਥੋਂ ਲੋਕ ਆ ਕੇ ਕਹਿੰਦੇ ਨੇ ਪਾਸਟਰ ਜੀ ਹੁਣ ਤਾਂ ਬਸ ਮਰਨਾ ਹੀ ਬਾਕੀ ਰਹਿ ਗਿਆ। ਸਾਰੇ ਕਿਤੇ ਜਾ ਕੇ ਦੇਖ ਲੈ, ਨੱਕ ਰਗੜ ਕੇ ਦੇਖ ਲੈ, ਕਿਤੋਂ ਫਰਕ ਨਹੀਂ ਪਿਆ। ਬਸ ਆ ਲਾਸਟ ਦੁਆਰ ਹੈ, ਜੇ ਇੱਥੋਂ ਠੀਕ ਹੋ ਗਏ ਤਾਂ ਠੀਕ ਹੈ, ਨਹੀਂ ਫਿਰ ਨਹਿਰ ਚੱਲਦੀ ਹੈ, ਛਾਲ ਮਾਰਾਂਗੇ। ਜਦੋਂ ਇੱਥੇ ਲੋਕ ਆਉਂਦੇ ਨੇ ਉਹ ਚੰਗੇ ਕੀਤੇ ਜਾਂਦੇ ਨੇ। ਕਿਉਂ? ਉਹ ਨਿਸ਼ਚੈ ਲੈ ਕੇ ਆਉਂਦੇ ਨੇ, ਉਹ ਵਿਸ਼ਵਾਸ ਲੈ ਕੇ ਆਉਂਦੇ ਨੇ ਕਿ ਹੁਣ ਆ ਲਾਸਟ ਰਾਸਤਾ ਰਹਿ ਗਿਆ, ਪ੍ਰਭੂ ਜੇ ਤੂੰ ਜਿੰਦਾ ਤਾਂ ਸਾਨੂੰ ਬਚਾ ਲੈ। ਫਿਰ ਯਿਸੂ ਮਸੀਹ ਕੀ ਕਹਿੰਦਾ? ਜਿਹੜੇ ਨਿਸ਼ਚੈ ਦੇ ਨਾਲ ਆਣਗੇ ਉਹ ਬਚਾਏ ਜਾਣਗੇ ਤੇ ਉੱਚੇ ਕੀਤੇ ਜਾਣਗੇ। ਹਾਲੇਲੂਇਆ। ਜ਼ੋਰਦਾਰ ਤਾੜੀ ਲਗਾਵਾਂਗੇ ਅਸੀਂ ਪਰਮੇਸ਼ਰ ਦੇ ਲਈ। ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ? ਹੁਣ ਬਹੁਤ ਭੈਣ ਭਰਾ ਨੇ ਜਿਹੜੇ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਜੀ ਤੁਸੀਂ ਪਖੰਡਵਾਦ ਕਰਦੇ ਹੋ, ਤੁਸੀਂ ਇਹ ਕਰਦੇ ਹੋ, ਤੁਸੀਂ ਲੋਕਾਂ ਨੂੰ ਚੰਗੇ ਕਰਦੇ ਹੋ, ਫਾਇਰ ਕਹਿੰਦੇ ਹੋ ਡਿੱਗ ਜਾਂਦੇ ਨੇ, ਐਂ ਕਰਦੇ ਹੋ ਉਹ ਹੁੰਦਾ, ਐਂ ਕਰਦੇ ਹੋ ਇਹ ਹੁੰਦਾ। ਸਾਡੇ ਰਿਲੀਜਨ ਦੇ ਵਿੱਚ ਲਿਖਿਆ ਹੈ ਤਾਂ ਅਸੀਂ ਫਾਇਰ ਕਹਿੰਦੇ ਹਾਂ। ਸਾਡੇ ਧਾਰਮਿਕ ਗ੍ਰੰਥ ਦੇ ਵਿੱਚ ਲਿਖਿਆ ਗਿਆ ਤੁਸੀਂ ਚੱਲਦੇ ਚੱਲਦੇ ਪ੍ਰਚਾਰ ਕਰੋ ਤੇ ਲੋਕਾਂ ਨੂੰ ਦੇਖੋ ਕੀ ਕੁਛ ਲਿਖਿਆ, ਪੜ੍ਹਦੇ ਬੇਟਾ ਅੱਗੇ ਕੀ ਕੁਛ ਕਰਨਾ ਅਸੀਂ ਨੇ, ਅੱਗੇ ਪੜੋ। ਮੁਰਦਿਆਂ ਨੂੰ ਜਵਾਲੋ। ਕੀ ਕਰੋ? ਮੁਰਦਿਆਂ ਨੂੰ ਜਵਾਲੋ। ਕੋੜੀਆਂ ਨੂੰ ਸ਼ੁੱਧ ਕਰੋ। ਕੋੜੀਆਂ ਨੂੰ ਸ਼ੁੱਧ ਕਰੋ। ਭੂਤਾਂ ਨੂੰ ਕੱਢੋ। ਭੂਤਾਂ ਨੂੰ ਕੱਢ ਦਿਓ। ਤੁਸੀਂ ਮੁਫਤ ਲੈ ਮੁਫਤ ਹੀ ਦਿਓ। ਹਾਂ, ਹੁਣ ਇੱਥੇ ਪਰਮੇਸ਼ਰ ਕੀ ਕਹਿੰਦਾ? ਕਹਿੰਦਾ ਦੇਖੋ ਤੁਸੀਂ ਮੁਰਦਿਆਂ ਨੂੰ ਜਵਾ ਦਿਓ। ਕਿਹਨਾਂ ਨੂੰ ਜਵਾ ਦਿਓ? ਮੁਰਦੇ, ਹਰੇਕ ਮੁਰਦੇ ਜਿੰਦਾ ਨਹੀਂ ਹੋਣਗੇ। ਜਿਹੜੇ ਯਿਸੂ ਤੇ ਭਰੋਸਾ ਰੱਖ ਕੇ ਪਰਿਵਾਰ ਦੇ ਉੱਤੇ ਜਿਹਨੂੰ ਪਰਮੇਸ਼ਰ ਚਾਹੇਗਾ ਉਹੀ ਮੁਰਦਾ ਜਿੰਦਾ ਹੋਏਗਾ। ਕਿਉਂਕਿ ਇੱਕ ਮੌਤ ਹੈ ਜਿਹੜੀ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖੀ ਹੈ। ਪਰਮੇਸ਼ਰ ਨੇ ਲਾਜ਼ਰ ਨੂੰ ਕੀ ਕਿਹਾ ਸੀ? ਜਿਹੜਾ 4 ਦਿਨਾਂ ਦਾ ਮੁਰਦਾ ਪਿਆ ਸੀ ਕਬਰ ਦੇ ਵਿੱਚ, ਲਾਜ਼ਰ ਨੂੰ ਕੀ ਕਿਹਾ ਸੀ? ਕਹਿੰਦਾ ਲਾਜ਼ਰ ਕਬਰ ਤੋਂ ਬਾਹਰ ਆ ਜਾ।
ਤੇ ਜਿਹੜੇ ਲੋਕ ਗਏ ਸੀ ਨਾਲ ਉਹ ਪਖੰਡਵਾਦ ਦੇ ਉੱਤੇ ਦੇਖ ਰਹੇ ਸੀ, ਹੱਸ ਰਹੇ ਸੀ ਵੀ ਯਿਸੂ ਦੇ ਉੱਤੇ ਉਂਗਲਾਂ ਕਰ ਰਹੇ ਸੀ ਵੀ ਇਹ ਜਿੰਦਾ ਕਰੂ, ਇਹ ਤਾਂ ਮੁਰਦਾ ਪਿਆ, ਇਹ ਤਾਂ ਮੁਸ਼ਕ ਮਾਰਦੀ ਆ। ਉਹਦੀ ਭੈਣ ਨੇ ਖੁਦ ਕਹਿਤਾ ਸੀ ਮੁਰਦੇ ਦੀ ਨੇ ਕਿ ਉਹਨੂੰ ਤਾਂ ਪ੍ਰਭੂ ਜੀ ਮਰੇ ਹੋਏ ਨੂੰ 4 ਦਿਨ ਹੋ ਗਏ, ਹੁਣ ਤਾਂ ਉਹ ਤੇ ਮੁਸ਼ਕ ਮਾਰਦੀ ਹੋਣੀ। ਉਹਦੀ ਭੈਣ ਨੇ ਯਿਸੂ ਨੂੰ ਕਹਿਤਾ ਸੀ, ਲੇਕਿਨ ਯਿਸੂ ਕੀ ਕਹਿੰਦਾ ਸੀ? ਕਹਿੰਦਾ ਦੇਖ ਤੂੰ ਅੱਜ ਖੁਦਾ ਦੇ ਜਲਾਲ ਨੂੰ ਦੇਖੇਂਗੀ, ਤੂੰ ਉੱਥੇ ਲੈ ਕੇ ਚੱਲ ਮੈਨੂੰ ਜਿੱਥੇ ਤੈਨੇ ਉਹਨੂੰ ਰੱਖਿਆ ਹੈ। ਉਸ ਕਬਰ ਦੇ ਮੂਹਰੇ ਜਾ ਕੇ ਤਾਂ ਯਿਸੂ ਮਸੀਹ ਜੀ ਨੇ ਕੀ ਕਿਹਾ? ਕਹਿੰਦਾ ਲਾਜ਼ਰ ਛੇਤੀ ਬਾਹਰ ਆ ਜਾ ਕਬਰ ਤੋਂ, ਮੈਂ ਬਾਹਰ ਖੜਿਆ। ਉਹ ਸਮੇਤ ਕਫਨ ਦੇ ਬੰਨਿਆ ਹੋਇਆ ਲਾਜ਼ਰ ਸਾਹਮਣੇ ਯਿਸੂ ਦੇ ਖੜ ਗਿਆ ਜਾ ਕੇ, ਹਾਲੇਲੂਇਆ, ਜਿੰਦਾ ਹੋ ਕੇ। ਫਿਰ ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਜਿਹੜੇ ਯਿਸੂ ਤੇ ਭਰੋਸਾ ਕਰਦੇ ਨੇ, ਯਿਸੂ ਵਰਗੇ ਨਹੀਂ, ਯਿਸੂ ਤੋਂ ਵੱਡੇ ਵੱਡੇ ਕੰਮ ਕਰਦੇ ਨੇ, ਉਹ ਮੁਰਦੇ ਹੀ ਜਿੰਦਾ ਹੋਣਗੇ। ਤੇਰੇ ਤੇ ਮੇਰੇ ਨਾਮ ਦੇ ਵਿੱਚ ਨਹੀਂ, ਯਿਸੂ ਨਾਮ ਦੇ ਵਿੱਚ ਜਿੰਦਾ ਹੋਣਗੇ। ਜੇ ਲਾਜ਼ਰ ਯਿਸੂ ਦੇ ਨਾਮ 'ਚ ਜਿੰਦਾ ਹੋ ਸਕਦਾ ਤਾਂ ਫਿਰ ਅੱਜ ਮੁਰਦੇ ਜਿੰਦਾ ਨਹੀਂ ਹੋ ਸਕਦੇ ਯਿਸੂ ਦੇ ਨਾਮ 'ਚ। ਆ ਜਿਹੜੀ ਬੇਟੀ ਵਚਨ ਪੜ ਰਹੀ ਹੈ, ਇਹਦੇ ਪਤੀ ਨੂੰ ਕੋਹੜ ਦੀ ਬਿਮਾਰੀ ਲੱਗੀ ਹੋਈ ਸੀ। ਇਸ ਐਤਵਾਰ ਨੂੰ ਉਹਦੇ ਕੱਪੜੇ ਲਹਾ ਦਾਂਗਾ, ਉਹਦਾ ਇੱਕ ਵੀ ਸਰੀਰ ਦਾ ਅੰਗ ਮੈਨੂੰ ਦਿਖਾ ਦਿਓ ਸਾਫ਼ ਹੋਏਗਾ, ਪੂਰੇ ਫੋੜਿਆਂ ਦੇ ਨਾਲ। ਅੱਜ ਵੀ ਸਕਿਨ ਭਰੀ ਪਈ ਆ। ਉਹ ਸੌਂਦਾ ਵੀ ਕਿਵੇਂ ਸੀ? ਆਪਣੇ ਆਪ ਨੂੰ ਬੰਨ ਕੇ ਸੌਂਦਾ ਸੀ, ਸੰਭਲੇ ਦੇ ਨਾਲ। ਪੈ ਨਹੀਂ ਸਕਦਾ ਸੀ, ਜੇ ਪੈ ਜਾਂਦਾ ਸੀ ਤਾਂ ਕੱਪੜਾ ਨਾਲ ਚਿਪਕ ਜਾਂਦਾ ਸੀ ਉਹਦੇ। ਪੂਰੀ ਬਾਡੀ ਦੇ ਉੱਤੇ ਕੋੜ ਚੱਲਿਆ ਹੋਇਆ ਸੀ। ਪਰਮੇਸ਼ਰ ਕਹਿੰਦਾ ਤੁਸੀਂ ਮੁਰਦਿਆਂ ਨੂੰ ਜਲਾਓ, ਕੋੜੀਆਂ ਨੂੰ ਸ਼ੁੱਧ ਕਰੋ। ਜੇ ਅੱਜ ਉਹ ਕੋੜੀ ਸ਼ੁੱਧ ਹੋਇਆ ਤਾਂ ਅੱਜ ਉਹ ਸੇਵਾਦਾਰ ਹੈ ਇਸ ਚਰਚ ਦੇ ਵਿੱਚ, ਤਾਂ ਉਹਦੀ ਪਤਨੀ ਅੱਜ ਵਚਨ ਪੜ ਰਹੀ ਹੈ ਇਸ ਜਗ੍ਹਾ ਤੇ। ਜੇ ਪ੍ਰਭੂ ਨੇ ਸਾਨੂੰ, ਜੇ ਯਿਸੂ ਮਸੀਹ ਨੇ ਲੋਕਾਂ ਨੂੰ ਜਿੰਦੇ ਕੀਤਾ ਤਾਂ ਉਹਨੇ ਆਪਣੇ ਪੈਰੋਕਾਰਾਂ ਨੂੰ ਵੀ ਕਿਹਾ, ਆਪਣੇ ਚੇਲਿਆਂ ਨੂੰ ਵੀ ਕਿਹਾ, ਆਪਣੇ ਨਬੀਆਂ ਨੂੰ ਵੀ ਕਿਹਾ ਕਿ ਜਾ ਮੈਂ ਤੈਨੂੰ ਹੁਕਮ ਕਰਦਾ, ਤੂੰ ਲੋਕਾਂ ਨੂੰ ਚੰਗਾ ਕਰ, ਜਾਂ ਭੂਤਾਂ ਕੱਢ ਲੋਕਾਂ ਦੀਆਂ ਜਾ ਕੇ, ਜਾਂ ਲੋਕਾਂ ਨੂੰ ਮੁਰਦਿਆਂ ਤੋਂ ਜਿੰਦਾ ਕਰ ਦੇ, ਜਾਂ ਲੋਕਾਂ ਦੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਛੁਟਕਾਰਾ ਦੇ ਦੇ। ਇਹ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਪਵਿੱਤਰ ਸ਼ਾਸਤਰ ਦੇ ਵਿੱਚ, ਤਾਂ ਇਹ ਅੱਜ ਕੰਮ ਹੁੰਦੇ ਨੇ। ਹਾਲੇਲੂਇਆ। ਮੇਰੇ ਬਹੁਤ ਭੈਣ ਭਰਾ ਨੇ ਜਿਹੜੇ ਕਹਿੰਦੇ ਨੇ ਜੀ ਤੁਹਾਡੇ ਉੱਤੇ, ਤੁਹਾਡੇ ਕੋਲ ਕੀ ਅਧਿਕਾਰ ਹੈ ਇਹਨੂੰ ਠੀਕ ਕਰਨ ਦੇ ਲਈ। ਉਸ ਟਾਈਮ ਯਿਸੂ ਮਸੀਹ ਨੇ ਵੀ ਪੁੱਛਦੇ ਸੀ ਲੋਕ ਕਿ ਸਬਤ ਦੇ ਦਿਨ ਤੂੰ ਲੋਕਾਂ ਨੂੰ ਚੰਗਾ ਕਰਦਾ, ਅਧਰੰਗੀ ਨੂੰ ਤੂੰ ਚੰਗਾ ਕਰਦਾ, ਅਧਰੰਗੀ ਦੇ ਪਾਪ ਮਾਫ ਕਰਦੇ। ਉਹਨੂੰ ਕਹਿ ਦਿੱਤਾ ਕਿ ਉੱਠ ਕੇ ਚੱਲਦਾ ਫਿਰਦਾ ਹੋ। ਜਦੋਂ ਇੱਕ ਸਭਾ ਹੋ ਰਹੀ ਸੀ ਤਾਂ ਉਹਨਾਂ ਨੇ ਦੇਖਿਆ ਕਿ ਸਾਹਮਣੇ ਦਿੱਤਾ ਅਸੀਂ ਲੈ ਕੇ ਜਾ ਸਕਦੇ ਅਧਰੰਗੀ ਨੂੰ, ਲੇਕਿਨ ਜਿੱਥੇ ਯਿਸੂ ਖੜਾ ਸੀ ਉਹ ਸੱਤ ਧੇੜਨੀ ਸ਼ੁਰੂ ਕਰ ਦਿੱਤੀ। ਅਧਰੰਗੀ ਨੂੰ ਮੰਜੇ ਸਮੇਤ ਸੱਤ ਤੇ ਧੇੜ ਕੇ ਉਹਦੇ ਅੱਗੇ ਪਾ ਦਿੱਤਾ ਕਿ ਪ੍ਰਭੂ ਇਹਨੂੰ ਚੰਗਾ ਕਰ ਦੇ। ਤੇ ਪ੍ਰਭੂ ਨੇ ਕੀ ਕਿਹਾ? ਕਹਿੰਦਾ ਹੇ ਪੁੱਤਰ ਤੇਰੇ ਪਾਪ ਮਾਫ ਹੋਏ, ਤੇ ਆਪਣੀ ਮੰਜੀ ਚੁੱਕ ਤੇ ਆਪਣੇ ਘਰੇ ਚਲੇ ਜਾ। ਉਹ ਇੰਨੀ ਭੀੜ ਦੇ ਵਿੱਚ ਆਪਣੀ ਮੰਜੀ ਚੁੱਕਦਾ ਤੇ ਘਰੇ ਜਾਂਦਾ। ਫਿਰ ਉੱਥੇ ਦੇ ਲੋਕ ਵੀ ਕਹਿੰਦੇ ਨੇ ਕਿ ਤੈਨੂੰ ਇਹ ਅਧਿਕਾਰ ਕਿਹਨੇ ਦੇ ਦਿੱਤਾ ਪਾਪ ਮਾਫ ਕਰਨ ਦਾ? ਉਹ ਚਮਤਕਾਰ ਨਹੀਂ ਦੇਖਦੇ ਕਿ ਬੰਦਾ ਠੀਕ ਹੋ ਗਿਆ, ਉਹ ਮੰਜੀ ਚੁੱਕ ਕੇ ਚਲਾ ਗਿਆ। ਉਹ ਉਲਟਾ ਉਹਨੂੰ ਛੇੜਨਾ ਸ਼ੁਰੂ ਕਰ ਦਿੰਦੇ ਨੇ ਕਿ ਦੇਖ ਤੈਨੂੰ ਅਧਿਕਾਰ ਕਿਹਨੇ ਦਿੱਤਾ। ਉਹ ਅਧਿਕਾਰ ਨਾ ਦੇਖ, ਉਹਦੀ ਸਾਮਰਥ ਦੇਖ ਜੇ ਦੇਖਣੀ ਹੈ। ਜਿਹੜਾ ਮੁਰਦਿਆਂ ਨੂੰ ਜਿੰਦੇ ਕਰ ਰਿਹਾ, ਜਿਹੜਾ ਅਧਰੰਗੀਆਂ ਨੂੰ ਖੜੇ ਕਰ ਰਿਹਾ, ਉਹਦੀ ਸਾਮਰਥ ਨੂੰ ਦੇਖ। ਹਾਲੇਲੂਇਆ। ਜੇ ਸਾਡੇ ਪਵਿੱਤਰ ਸ਼ਾਸਤਰ ਦੇ ਵਿੱਚ ਚਾਨਣ ਹੈ, ਜੇ ਸਾਡੇ ਪਵਿੱਤਰ ਸ਼ਾਸਤਰ ਦੇ ਵਿੱਚ ਰੋਸ਼ਨੀ ਹੈ, ਸਾਡੇ ਪਵਿੱਤਰ ਸ਼ਾਸਤਰ ਦੇ ਵਿੱਚ ਸਾਨੂੰ ਚਿੰਤਾ ਤੋਂ ਮੁਕਤ ਕੀਤਾ ਜਾਂਦਾ, ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ। ਜੇ ਡਿਬੇਟ ਕਰਨੀ ਹੈ ਤਾਂ ਰੋਸ਼ਨੀ ਦੀ ਕਰੋ, ਚਮਤਕਾਰਾਂ ਦੀ ਕਰੋ। ਜੇ ਡਿਬੇਟ ਕਰਨੀ ਹੈ ਤਾਂ ਆਪਣੇ ਪ੍ਰਕਾਸ਼ ਦੀ ਕਰੋ ਕਿ ਸਾਡੇ ਗ੍ਰੰਥ ਦੇ ਵਿੱਚ ਆਹ ਪ੍ਰਕਾਸ਼ ਹੈ ਜੀ, ਇਸ ਪ੍ਰਕਾਸ਼ ਦੇ ਨਾਲ ਅਸੀਂ ਦੁਨੀਆ ਨੂੰ ਬਚਾਉਣਾ ਚਾਹੁੰਦੇ ਹਾਂ। ਜੇ ਪਖੰਡਵਾਦ ਦੀ ਹੈ, ਜੇ ਪਖੰਡਵਾਦ ਤੋਂ ਇੰਨੀ ਹੀ ਨਫ਼ਰਤ ਹੈ ਤਾਂ ਹਰੇਕ ਵੀਡੀਓ ਦੇ ਥੱਲੇ, ਹਰੇਕ ਐਡ ਦੇ ਨੀਚੇ ਦਿੱਤਾ ਜਾਂਦਾ ਹੈ ਸੌਤੋਂ ਤੋਂ ਛੁਟਕਾਰਾ ਪਾਓ, ਮਨ ਚਾਹੀ ਲੜਕੀ ਦੇ ਨਾਲ ਸ਼ਾਦੀ ਕਰਵਾਓ, ਸ਼ਰਤੀਆ ਇਲਾਜ ਸਾਡੇ ਕੋਲ ਆਓ, ਅਸੀਂ ਤੁਹਾਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ। ਜੇ ਕੋਈ ਸਾਡੇ ਚੈਲੰਜ ਨੂੰ ਰੱਦ ਕਰਦਾ ਫਿਰ ਫੜੋ ਉਹਨਾਂ ਨੂੰ ਜਾ ਕੇ। ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਜਿਹੜੇ ਲੋਕਾਂ ਨੂੰ ਲੁੱਟਦੇ ਨੇ, ਉਹਨਾਂ ਨੂੰ ਫੜੋ। ਹੋਰ ਵੀਡੀਓ ਦੇਖਣ ਲਈ ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਦੇ ਫੇਸਬੁੱਕ ਚੈਨਲ ਨੂੰ ਫੋਲੋ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਸੀਂ ਹਰ ਸਮੇਂ ਪਰਮੇਸ਼ਵਰ ਦੇ ਬਚਨਾਂ ਦਾ ਆਨੰਦ ਲੈ ਸਕਦੇ ਹੋ। ਤੁਸੀਂ ਆਪਣਾ ਦਸਵੰਧ ਆਫਰਿੰਗ ਚਰਚ ਬਿਲਡਿੰਗ ਲਈ ਡੋਨੇਸ਼ਨਸ ਇਹਨਾਂ ਬੈਂਕ ਅਕਾਊਂਟ ਜ਼ਰੀਏ ਸਾਡੇ ਕੋਲ ਭੇਜ ਸਕਦੇ ਹੋ। ਸਤਸੰਗ ਦਾ ਸਮਾਂ ਹਰ ਐਤਵਾਰ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪਿੰਡ ਰੇਤਗੜ੍ਹ ਸਮਾਣਾ ਤੋਂ ਪਾਤਰਾ ਰੋਡ ਤੇ ਕੀਤਾ ਜਾਂਦਾ ਹੈ, ਜਿੱਥੇ ਸਾਰਿਆਂ ਦੀ ਸੁਖ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਜੈ ਮਸੀਹ।